रहमान रहीम अस्सलाम वालेकुम जी मेरे किसान भाइयों की हाल है तुहाडा। तुसीं मेरे सामने अंबां दे पौधे देख रहे हैं तो टाइम हो गया वा कि इस दी पवंदकारी दा कि कलम किद्दां लैनी आ, किहड़ी किहड़ी नस्ल दी लैनी आ, किद्दां उसनूं जोड़ना वा कि कामयाब पवंदकारी असीं कर सकीए। ते अज मैं एक माहर बंदा वा जिहदे अज बाग दे विच मैं मौजूद हाँ, उसका मैं नाम भी तुहानूं दसांगा, तारफ भी करवावांगा। तो एंड तक अज मेरी वीडियो नूं देखिया जो बड़ी मेहनत दे नाल मैं टाइम लिया वा। अरसा 30 साल तो पवंदकारी करते आए आ ते उन्हां नाल अज तुहाडी मुलाकात करावांगे ते इंशाअल्लाह ताला तुसीं ये पवंदकारियां कामयाब करके लखां रुपईयां दे विच आपदा बाग जिहड़ा ओह वेच सकदे आ, जिहदे विच आपदे बाग दे विच हर तरह दी नस्ल तुसीं तैयार कर सकदे आ। ते जहांगीर तरीन दे बाग तो घट बाग तुहाडा नहीं हो सकदा अगर अज तुसीं वीडियो नूं पूरा देखो तो। अस्सलाम वालेकुम जी। वालेकुम सलाम जी। उस्ताद जी की हाल आ? ठीक ठाक हो? हाँ जी बिल्कुल। अच्छा उस्ताद जी, मैं अज देखा कि माशाअल्लाह बड़ी मेहनत दे नाल मैं तुहाडे कोल अज टाइम लिया वा ते अल्लाह ताला तुहानूं सेहत देवे। मैं देखा कि तुहाडे बाग दे विच हर तरह का ना अंब दा जिहड़ा फल है मौजूद आ। जदों इहदा सीजन हुंदा वा लोग दूरों दूरों आके तुहानूं स्पैशल आर्डर दे के बल्कि एडवांस पैसे जमा कराउंदे आ ते फिर अंब खरीददे आ। ते इह सारा प्रोसैस उस्ताद जी तुसीं की मेहनत करदे आ, किद्दां पौधे तैयार कीते आ ते किद्दां तुसीं इहदी कलमकारी करदे आ, किद्दां तुसीं पवंदकारी करदे आ, किहड़े बूटे तो किहड़ी टहनी तुसीं लैंदे आ ते किहड़े सीजन च लैंदे आ, इह सारा कुछ अज दस दिओ। सब तो पहलों तो असीं अपनी गल का आगाज असीं इस तरह इस चीज़ तो करते हैं कि पवंदकारी दे 2 साल दे सीजन हुंदे आ। अगस्त सितंबर जिन्हों असीं सौण भादों कहने आ, दूसरा हुंदा अपने फरवरी जिन्हों फगन चेत भी कहा जाता। इन्हां दोवां सीजनां दे विच इहदी पवंदकारी हुंदी आ। ਇਹ ਜਿਹੜੀਆਂ ਪਿੰਡਾਂ ਨੇ ਇਹ ਮੈਂ ਅਗਸਤ ਵਿੱਚ ਕੀਤੀਆਂ ਸੀ। ਅੱਛਾ ਇਹ ਨੇ ਤੇ ਇਹ ਟਾਣੀਆਂ ਜਿਹੜੀਆਂ ਅੱਛਾ ਅਗਸਤ ਵਿੱਚ ਕੀਤੀਆਂ ਸੀ ਤੇ ਮਾਸ਼ਾਅੱਲਾ ਹੁਣ ਇਹ ਨਾ ਤਿਆਰ ਹੋ ਗਈਆਂ ਜੀ। ਹੁਣ ਫਰਵਰੀ ਦੇ ਵਿੱਚ ਮੈਂ ਆਹ ਕਲਮਾਂ ਕੀਤੀਆਂ ਨੇ, ਇਹਨੂੰ 3 2 4 ਕਲਮਾਂ ਆਹ ਕੀਤੀਆਂ ਨੇ, 2 ਆਹ ਕੀਤੀਆਂ ਨੇ। ਇਹਦੇ 'ਚ ਸਾਰੀਆਂ ਵੈਰਾਈਟੀਆਂ। ਅੱਛਾ ਜੀ। ਸਿੰਧੜੀ ਵੀ ਆ, ਅਨਮਰ ਟੋਰ, ਚੌਂਸਾ, ਫਜਰੀ, ਦੁਸਹਿਰੀ। ਇਹ ਕੰਮ ਦੇ ਉੱਤੇ ਮੈਂ 7-8 ਕੁਆਲਿਟੀ ਦੇ ਆਮ ਜਿਹੜੇ ਨੇ ਉਹਦੀ ਮੈਂ ਕਲਮ ਇਹਦੀ ਆਪਣੀ ਪਵੰਦਕਾਰੀ ਕੀਤੀ। ਮੜੀ ਕਾਊਂਟਿੰਗ ਕਰਾਇਓ ਹਾਂ 1 2 3 ਕਿੰਨੀਆਂ? 1 2 3 4 ਤੇ 5 6 7 ਕਲਮਾਂ ਤਿਆਰ ਨੇ ਜਿਹੜੀਆਂ ਮੈਂ ਅਗਸਤ 'ਚ ਕੀਤੀਆਂ। ਅਗਸਤ 'ਚ ਕੀਤੀਆਂ ਹਾਂਜੀ। ਉਸ ਤੋਂ ਬਾਅਦ ਆ ਮੈਂ ਹੁਣ ਕੱਲ ਕੀਤੀਆਂ 1 2 3 4 5 6 ਕਲਮਾਂ ਮੈਂ ਇਹ ਕੱਲ ਕੀਤੀਆਂ ਮਾਸ਼ਾਅੱਲਾ ਜੀ। ਤੇ ਹੁਣ ਮੈਂ ਤੁਹਾਨੂੰ ਇੱਕ ਕਲਮ ਜਿਹੜੀ ਨੇ ਉਹ ਤਾਜ਼ਾ ਤਰੀਨ ਸੂਰਤ ਹਾਲ ਤੋਂ ਅਗਾਹ ਕਰਦਿਆਂ ਹੋਇਆ ਤੁਹਾਨੂੰ ਪਹਿਲਾਂ ਮੈਂ ਆਪਣੇ ਪਵੰਦੀ ਅੰਬ ਵੱਲ ਲੈ ਕੇ ਜਾਣਾ, ਕਿਉਂਕਿ ਇਹ ਤਾਂ ਸਾਰਾ ਪੌਦਾ ਕਾਠਾ ਸੀ ਨਾ ਪਹਿਲੇ ਕਾਠਾ। ਹੁਣ ਮੈਂ ਤੁਹਾਨੂੰ ਆ ਮੇਰਾ ਹੈਗਾ ਚੌਂਸੇ ਦਾ ਪੌਦਾ। ਅੱਛਾ ਚੌਂਸੇ ਦਾ ਪੌਦਾ। ਇੱਥੋਂ ਮੈਂ ਤੁਹਾਨੂੰ ਚਾਹ ਕੱਟ ਕੇ ਇਹਦੀ ਤੁਹਾਨੂੰ ਚਾਹ ਕੱਟ ਕੇ ਤੇ ਇਹਦੀ ਕੁਦਰਤੀ ਪਵੰਦਕਾਰੀ ਆ ਉਸ ਤੋਂ ਤੁਹਾਨੂੰ ਮੈਂ ਇੱਦਾਂ ਜਿਹੜੀ ਨਾ ਅੰਬ ਦੀ ਜਿਹੜੀ ਚਾਹ ਆ ਉਹ ਅੱਗੋਂ ਫੁੱਟੀ ਨਾ ਹੋਵੇ। ਅੱਛਾ ਫੁੱਟੀ ਨਾ ਆ ਵੀ ਅੱਗੋਂ ਅੱਖ ਨਾ ਕੱਢੀ ਹੋਵੇ, ਉਹਨੂੰ ਤੁਸੀਂ ਇੱਥੋਂ ਕੱਟ ਲੈਣਾ। ਅੱਛਾ ਇੱਥੋਂ ਇੱਦਾਂ ਕੱਟ ਕੇ ਉਹਦੀ ਅੱਖ ਤੇ ਜ਼ੋਫ ਨਹੀਂ ਆਉਣ ਦੇਣਾ, ਥੋੜਾ ਜਿਹਾ ਉੱਪਰੋਂ ਇਹਨੂੰ ਨਾ ਤੁਸੀਂ ਬਣਾਉਣਾ। ਅੱਛਾ ਵੀ ਅੱਖ ਨਾ ਦੀ ਜ਼ਾਇਆ ਹੋਵੇ। ਇੱਦਾਂ ਕੱਟ ਕੇ ਤੇ ਇਹਨੂੰ ਤੁਸੀਂ ਨਾ ਪੱਤੇ ਨਾਲੋਂ ਲਾਹ ਦੇਣੇ ਆ। ਫਿਰ ਚਲੇ ਜਾਣਾ ਕਾਠੇ ਅੰਬ ਦੇ ਕੋਲ, ਜਿਹੜੀ ਕਾਠੀ ਸ਼ਾਖ ਆ। ਠੀਕ ਆ। ਇਹ ਕਾਠੀ ਸ਼ਾਖ ਦੇ ਕੋਲ ਚੱਲ ਕੇ ਤੇ ਫਿਰ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਕਿੱਦਾਂ ਜੋੜਨੀ ਹੈ। ਇਹ ਜਿਹੜੀ ਸ਼ਾਖ ਹੈ ਇਹ ਕਲਮੀ ਅੰਬ ਦੀ ਹੈ। ਇਹ ਸਾਡਾ ਪੌਦਾ ਕਾਠਾ ਸੀ, ਇਹ ਕਲਮਾਂ ਹੋ ਗਈਆਂ, ਕੁਛ ਸ਼ਾਖਾਂ ਕਾਠੀਆਂ ਸੀ, ਉਹਨੂੰ ਅਸੀਂ ਸਾਰੇ ਅੰਬ ਦੀਆਂ ਕਲਮਾਂ ਚੜਾਤੀਆਂ। ਇਹਨੂੰ ਨਾ ਜੇ ਟਾਹਣੀ ਬਰੀਕ ਆ ਤੇ ਕਲਮ ਵੀ ਬਰੀਕ ਹੋਵੇ। ਠੀਕ ਆ। ਟਾਹਣੀ ਦਰਮਿਆਨੀ ਆ, ਕਲਮ ਵੀ ਦਰਮਿਆਨੀ ਹੋਵੇ। ਜੇ ਟਾਹਣੀ ਮੋਟੀ ਆ ਤੇ ਕਲਮ ਵੀ ਮੋਟੀ ਹੋਵੇ ਤਾਂ ਕਿ ਉਹ ਆਪਸ 'ਚ ਮੈਚ ਕਰ ਜੇ। ਤੇ ਇਹਨੂੰ ਤਾਂ ਅਸੀਂ ਇਹ ਜਿਹੜੀ ਕਲਮ ਨੇ ਅਸੀਂ ਇਹਨੂੰ ਇਸ ਤਰ੍ਹਾਂ ਕੱਟ ਕੇ ਨਾ ਕਲਮ ਬਿਹਤਰੀਨ ਤਰੀਕੇ ਨਾਲ, ਛੁਰੀ ਤੇਜ਼ ਹੋਣੀ ਚਾਹੀਦੀ ਆ। ਅਗਰ ਛੁਰੀ ਦਾ ਮੂੰਹ ਤੇਜ਼ ਨਹੀਂ ਤਾਂ ਉਹ ਅੱਗੇ ਬੋਰ ਆਏਗਾ, ਜਿਸ ਵਕਤ ਬੋਰ ਆਏਗਾ ਤਾਂ ਜੋੜ ਨਹੀਂ ਪਏਗਾ। ਤੇ ਅਸੀਂ ਇਹਨੂੰ ਬਿਲਕੁਲ ਅੱਛੇ ਤਰੀਕੇ ਨਾਲ ਬਿਹਤਰੀਨ ਤਰੀਕੇ ਨਾਲ ਕਲਮ ਨੂੰ ਕੱਟ ਕੇ ਕਲਮ ਤਿਆਰ ਹੋ ਗਈ ਆ। ਤੇ ਅਸੀਂ ਇਹਨੂੰ ਹੁਣ ਜਿਹੜੀ ਕਾਠੀ ਟਾਹਣੀ ਆ, ਕਾਠੀ ਟਾਹਣੀ ਦੇ ਨਾਲ ਅਸੀਂ ਇਹਦੀ ਨਾ ਉੱਤੋਂ ਛਿੱਲ ਉਤਾਰਾਂਗੇ ਛੁਰੀ ਦੇ ਨਾਲ। ਅੱਛਾ ਜੀ। ਛਿੱਲ ਉਤਾਰ ਕੇ ਇੱਦਾਂ ਇਹਨੂੰ ਛਿੱਲ ਨੂੰ ਥੋੜਾ ਜਿੰਨੀ ਲੰਬੀ ਆ ਕਲਮ ਆ ਇੰਨੀ ਲੰਬੀ ਛਿੱਲ ਕਰਾਂਗੇ। ਇਹਨੂੰ ਅਸੀਂ ਇੱਦਾਂ ਕੱਟ ਕੇ ਤੇ ਇਸ ਕਲਮ ਨੂੰ ਬਿਹਤਰੀਨ ਤਰੀਕੇ ਦੇ ਨਾਲ ਇੱਕ ਤਜਰਬੇ ਦੀ ਬੁਨਿਆਦ ਤੇ ਇਹਨੂੰ ਇੱਦਾਂ ਇੱਥੇ ਰੱਖਾਂਗੇ। ਇਹਨੂੰ ਹੱਥ ਰੱਖੀ ਥੋੜਾ ਜਿਹਾ, ਇਹਨੂੰ ਫੜੀ। ਉਸ ਤੋਂ ਬਾਅਦ ਅਗਲਾ ਮਰਹਲਾ ਆ ਜਾਂਦਾ ਇਹਨੂੰ ਬੰਨਣ ਦਾ। ਅੱਛਾ ਜੀ। ਇੱਦਾਂ ਕਰਕੇ ਸੇਬਾ ਲੈ ਕੇ ਸੇਬੇ ਨਾਲ ਉੱਤੋਂ ਮਰ ਥੋੜਾ ਪਾ ਛੱਡ ਦੇ ਬਸ ਪਿੱਛੇ ਜਾ। ਇਹਨੂੰ ਲੈ ਕੇ ਇਹਨੂੰ ਅਸੀਂ ਅੱਛੇ ਤਰੀਕੇ ਨਾਲ ਥੋੜੀ ਜਿਹੀ ਨਾਲ ਪ੍ਰੈਸ ਕਰਕੇ ਏਦਾਂ ਇਹਨੂੰ ਸੇਬੇ ਨਾਲ ਵਾਲ ਮਾਰ ਕੇ ਇਹਨੂੰ ਅੱਛੇ ਤਰੀਕੇ ਨਾਲ ਮੈਚ ਕਰ ਦੇਣਾ, ਜੋੜ ਦੇਣਾ ਅੱਛੇ ਤਰੀਕੇ ਨਾਲ, ਮਜ਼ਬੂਤੀ ਨਾਲ। ਠੀਕ ਆ।
ਇਹ ਜਿਹੜੀ ਨੇ ਇਹ ਸਾਡੀ ਪੇਨ ਜਿਹੜੀ ਨਾ ਇਹ ਕਲਮ ਜਿਹੜੀ ਨੇ ਪੈਂਦੀ ਆ ਸ਼ਾਖ ਕਾਠੀ ਇਹਦੇ ਨਾਲ ਸਾਡੀ ਆ ਪਿਉਂਦ ਹੋ ਗਈ। ਅੱਛਾ ਜੀ। ਇਹਨੂੰ ਮਜ਼ਬੂਤੀ ਨਾਲ ਬੰਨ ਕੇ ਜਿਹੜਾ ਫਾਲਤੂ ਧਾਗਾ ਉਹ ਅਸੀਂ ਇਹ ਛੁਰੀ ਦੇ ਨਾਲ ਇਹਨੂੰ ਇੱਥੋਂ ਕੱਟ ਦਿੱਤਾ। ਉਸ ਤੋਂ ਬਾਅਦ ਅਗਲਾ ਮਰਹਲਾ ਆ ਜਾਂਦਾ ਵਾ ਇਹਨੂੰ ਛਾਪਰ ਦੇ ਨਾਲ ਇਹਨੂੰ ਬੰਦ ਕਰਨ ਦਾ। ਅੱਛਾ ਜੀ। ਛਾਪਰ ਤੁਹਾਡਾ ਜਿਹੜਾ ਵਾ ਉਹ ਬਿਲਕੁਲ ਕੋਰਾ ਹੋਣਾ ਚਾਹੀਦਾ, ਇਸਤੇਮਾਲ ਸ਼ੁਦਾ ਨਾ ਹੋਵੇ। ਅੱਛਾ ਅੱਛਾ। ਅਗਰ ਛਾਪਰ ਇਸਤੇਮਾਲ ਸ਼ੁਦਾ ਆਇਆ ਉਹਦੇ 'ਚ ਇੱਕ ਸੂਈ ਦੇ ਬਰਾਬਰ ਜਿੰਨਾ ਵੀ ਸੁਰਾਖ ਰਹਿ ਗਿਆ ਤੇ ਕਲਮ ਨੂੰ ਹਵਾ ਪੈ ਕੇ ਕਲਮ ਸੁੱਕ ਜਾਏਗੀ। ਇਹ ਛਾਪਰ ਕੋਰਾ ਹੋਣਾ ਚਾਹੀਦਾ। ਠੀਕ ਹੈ। ਇਹ ਅੱਗੇ ਇਸਤੇਮਾਲ ਸ਼ੁਦਾ ਨਾ ਹੋਵੇ। ਫਿਰ ਅਸੀਂ ਇਹਨੂੰ ਬਿਹਤਰੀਨ ਤਰੀਕੇ ਦੇ ਨਾਲ ਇਹਨੂੰ ਨਾ ਏਦਾਂ ਛਾਪਰ ਲਵੇਟ ਕੇ ਉੱਪਰੋਂ ਤੇ ਏਦਾਂ ਇਹਨੂੰ ਅੱਛੇ ਤਰੀਕੇ ਦੇ ਨਾਲ ਇਹਨੂੰ ਕਲੋਜ਼ ਕਰ ਦੇਣਾ ਤੇ ਇਹਨੂੰ ਨਾ ਏਦਾਂ ਇੱਥੋਂ ਪਹਿਲੇ ਇਹਨੂੰ ਨੀਚੋਂ ਬੰਨਣਾ, ਨੀਚੋਂ ਬੰਨ ਕੇ ਤੇ ਫਿਰ ਅਸੀਂ ਇਹਦਾ ਉੱਪਰਲਾ ਹਿੱਸਾ ਬੰਨਾਂਗੇ। ਇਹ ਜਿਹੜਾ ਨਾ ਇਹ ਨੀਚੋਂ ਬੰਨੀਗੇ। ਫਿਰ ਅਸੀਂ ਛਾਪਰ ਦੇ ਵਾਲ ਕੱਢਣੇ ਨੇ, ਜਿਹੜੇ ਵਾਲ ਇਹਨਾਂ ਨੇ ਕੱਢ ਕੇ ਜਿਹੜੇ ਪਿਉਂਦ ਜਿਹੜੀ ਨੇ ਅੱਛੀ ਦੇਖਣਾ ਕਵਰ ਹੋ ਜੇ, ਕਵਰ ਕਰਕੇ ਤੇ ਇੱਕ ਸੇਬਾ ਹੋਰ ਦੇ ਇਹ ਜਿਹੜਾ ਨਾ ਇਹ ਅਸੀਂ ਉੱਤੋਂ ਛੱਡ ਦੇ ਇਹ ਜਿਹੜਾ ਅਸੀਂ ਉੱਤੋਂ ਇਹਨੂੰ ਦੂਸਰਾ ਸੇਬਾ ਬੰਨਤਾ। ਇਹ ਛਾਪਰ ਦਾ ਜਿਹੜਾ ਨਾ ਉਹ ਜਾਨੀ ਕਿ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਸੁਰਾਖ ਨਾ ਹੋਵੇ, ਛਾਪਰ ਇਸਤੇਮਾਲ ਨਾ ਹੋਵੇ। ਇਹ ਸਾਡੀ ਪੇਨ ਜਿਹੜੀ ਨੇ ਇਹ ਮੁਕੰਮਲ ਹੋ ਗਈ। ਇਹ 'ਚ ਕੱਲ੍ਹ ਤੱਕ ਪਸੀਨਾ ਆ ਜਾਏਗਾ, ਸਾਨੂੰ 100% ਯਕੀਨ ਹੋ ਜਾਏਗਾ ਕਿ ਸਾਡੀ ਪੇਨ ਵਿੱਚ ਹਵਾ ਨਹੀਂ ਜਾ ਰਹੀ। ਪਸੀਨਾ ਸਾਨੂੰ ਇਹ ਸ਼ੋਅ ਕਰੇਗਾ ਕਿ ਪੇਨ ਦੀ ਬਿਲਕੁਲ ਸਹੀ ਹੋ ਗਈ ਹੈ। ਇਹ ਹੁਣ 15 ਤੋਂ 20 ਦਿਨ ਤੋਂ ਬਾਅਦ ਇੱਥੋਂ ਇਹ ਆਪਣੀਆਂ ਨਾ ਸ਼ਾਖਾਂ ਸ਼ਗੂਫੇ ਵਿੱਚ ਬਣਾਉਣਾ ਸ਼ੁਰੂ ਕਰ ਦੇਗੀ। ਜਿਸ ਵਕਤ ਇਹਦਾ ਸ਼ਗੂਫਾ 1 ਇੰਚ ਹੋ ਜੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਕਿ ਇਸ ਜਿਹੜਾ ਉੱਪਰਲਾ ਸੇਬਾ ਨਾ ਉਹਨੂੰ ਤੁਸੀਂ ਨਾ ਥੋੜ੍ਹਾ ਜਿਹਾ ਢਿੱਲਾ ਕਰ ਦੇਣਾ, ਛਾਪਰ ਨਹੀਂ ਛੇੜਨਾ। ਠੀਕ ਆ। ਤਾਂ ਕਿ ਇਹਨੂੰ ਅਗਰ ਯਕਲਤ ਹਵਾ ਲੱਗੇਗੀ ਤਾਂ ਉਹ ਸ਼ਗੂਫਾ ਖੁਸ਼ਕ ਹੋ ਜਾਏਗਾ, ਸੁੱਕ ਜਾਏਗਾ। ਇਸ ਤਰ੍ਹਾਂ ਇਹਦਾ ਪਸੀਨਾ ਐਸਾ ਖੁਸ਼ਕ ਹੋ ਜਾਏਗਾ, ਇਹਦਾ ਅੰਦਰਲੀ ਜਿਹੜੀ ਆਬੋ ਹਵਾ ਵਾ ਉਹ ਫਿਰ ਬਾਹਰਲੇ ਮੌਸਮ ਨਾਲ ਮੈਚ ਕਰਦੀ ਜਾਏਗੀ, ਪਸੀਨਾ ਖੁਸ਼ਕ ਹੁੰਦਾ ਜਾਏਗਾ। ਜਿਹਨੂੰ ਕਹਿੰਦੇ ਹੁੰਦੇ ਆ ਕਿ ਪੰਜਾਬੀ ਦੇ ਵਿੱਚ ਵੀ ਇਹਨੂੰ ਹਵਾ ਲੱਗ ਗਈ। ਹਵਾ ਲੱਗਣ ਨਾਲ ਫਿਰ ਇਹ ਪਿਉਣ ਜਿਹੜੀ ਸੁੱਕ ਜਾਏਗੀ। ਅਗਰ ਇਹਨੂੰ ਐਸਾ ਹਵਾ ਲਵਾਵਾਂਗੇ, ਐਸਾ ਅੰਦਰਲਾ ਟੈਂਪਰੇਚਰ ਬਾਹਰਲੇ ਟੈਂਪਰੇਚਰ ਨਾਲ ਮੈਚ ਕਰੇਗਾ ਤੇ ਪਿਉਂਦ ਖੁਸ਼ਕ ਨਹੀਂ ਹੋਏਗੀ, ਇਹ ਆਪਣੀ ਗਰੋਥ ਜਾਰੀ ਰੱਖੇਗੀ। ਜਦੋਂ 15-20 ਦਿਨ ਤੋਂ ਬਾਅਦ ਇਹਦੀ 1 ਇੰਚ ਸ਼ਾਖ ਲੰਬੀ ਹੋ ਜਾਏ ਫਿਰ ਉੱਤੋਂ ਇਹਨੂੰ ਖੋਲ੍ਹ ਦੇਣਾ। ਜਿਸ ਤਰ੍ਹਾਂ ਸ਼ਾਖ ਵੱਡੀ ਹੁੰਦੀ ਜਾਵੇ ਉਸ ਤਰ੍ਹਾਂ ਆਪਾਂ ਇਹਨੂੰ ਇੱਦਾਂ ਹਰ 2-3 ਦਿਨ ਇੱਦਾਂ ਗੇੜਾ ਦੇਣਾ, ਥੋੜ੍ਹਾ ਜਿਹਾ ਚੱਕਰ ਦੇਣਾ ਇਹਨੂੰ, ਤਾਂ ਕਿ ਉੱਤੋਂ ਇਹਦਾ ਮੂੰਹ ਖੁੱਲਦਾ ਜਾਵੇ, ਪੰਨਾ ਨਹੀਂ ਲਾਣਾ। ਜਦ ਵਕਤ ਸ਼ਾਖ ਇਹਦੀ ਤਕਰੀਬਨ ਕੋਈ 2-2.5-3 ਇੰਚ ਹੋ ਜਾਏ ਫਿਰ ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਇਹਦਾ ਮੂੰਹ ਖੋਲ੍ਹ ਦਿਓ, ਇੱਦਾਂ ਕਰਕੇ ਇਹਨੂੰ ਨੰਗੀ ਕਰ ਦਿਓ। ਫਿਰ ਜਿਸ ਵਕਤ ਸ਼ਾਖ ਮਜ਼ੀਦ ਥੋੜ੍ਹੀ ਜਿਹੀ ਵੱਧ ਜਾਏ ਫਿਰ ਤੁਸੀਂ ਇਹਦਾ ਸਾਰਾ ਛਾਪਰ ਇੱਦਾਂ ਖੋਲ੍ਹ ਦਿਓ, ਨੀਚੋਂ ਵੀ ਲਾ ਦਿਓ, ਕਿਉਂਕਿ ਹੁਣ ਇਹਦਾ ਅੰਦਰਲਾ ਜਿਹੜਾ ਮਾਹੌਲ ਆ ਉਹ ਬਾਹਰ ਇਹਨੇ ਆਪਣੇ ਆਪ ਨੂੰ ਐਡਜਸਟ ਕਰ ਲਿਆ। ਇਹ ਇੱਦਾਂ ਇਹਦੀ ਗਰੋਥ ਸ਼ੁਰੂ ਹੋ ਜਾਏਗੀ। ਫਿਰ ਟਾਹਣੀ ਇਹ 2 ਮਹੀਨੇ 3 ਮਹੀਨੇ ਤੋਂ ਬਾਅਦ ਇਸ ਟਾਹਣੀ ਲੱਗੀ ਹੋ ਜਾਏਗੀ। ਆਹ ਜਿਹੜਾ ਸੇਬਾ ਇਹਨੂੰ ਨਹੀਂ ਖੋਲਣਾ। ਇਹ ਕਮ ਤੋਂ ਕਮ 2-3 ਮਹੀਨੇ ਇਹਨੂੰ ਇਹਦੇ ਨਾਲ ਲੱਗਾ ਰਹਿਣ ਦੇਣਾ ਵਾ। ਜਿਸ ਵਕਤ ਤੁਹਾਨੂੰ ਪੱਕਾ ਯਕੀਨ ਹੋ ਜਾਏ ਨਾ ਕਿ ਨਾਲ ਇਹਦੇ ਨਾਲ ਜਿਹੜੀ ਅੰਬ ਦੇ ਵਿੱਚੋਂ ਗੂੰਦ ਨਿਕਲਦੀ ਆ ਉਹੀ ਇਹਦਾ ਮੈਜਿਕ ਆ। ਅੰਬ 'ਚੋਂ ਜਿਹੜੀ ਗੂੰਦ ਨਿਕਲਦੀ ਉਹ ਇਹਦਾ ਮੈਜਿਕ ਆ, ਉਹੀ ਇਹਦੇ ਆਪਰੇਸ਼ਨ ਵਿੱਚ ਕੰਮ ਆਉਂਦਾ, ਉਹੀ ਇਹਦੀ ਪਕੜ ਕਰਦਾ, ਉਹੀ ਜੋੜ ਲਾਉਂਦਾ। ਤੇ ਜਿਸ ਵਕਤ ਪਤਾ ਲੱਗ ਜਾਏ ਕਿ ਸ਼ਾਖ ਇਹਦੀ ਥੋੜ੍ਹੀ ਜਿਹੀ ਇੰਨੀ ਲੰਬੀ ਹੋ ਗਈ, ਗਿੱਠ ਲੰਬੀ ਹੋ ਗਈ ਆ, ਫਿਰ ਤੁਸੀਂ ਇਹਨੂੰ ਨਾ ਜਿਸ ਵਕਤ ਤੁਸੀਂ ਇਹ ਦੇਖ ਲਓ ਨਾ ਕਿ ਸੇਬਾ ਇਹਦੀ ਹੱਡੀ 'ਚ ਖੁੱਭਣ ਲੱਗ ਪਿਆ ਤੇ ਸ਼ਾਖ ਮੋਟੀ ਹੋ ਗਈ, ਸੇਬਾ ਖੁੱਭਦਾ ਪਿਆ ਵਾ, ਵਿੱਚ ਟੱਕ ਬਣਦਾ ਪਿਆ ਸੇਬੇ ਦੀ ਜਗ੍ਹਾ ਤੇ, ਫਿਰ ਇਹਨੂੰ ਐਸਾ ਸੇਬੇ ਨੂੰ ਵੀ ਖੋਲ ਦਿਓ। ਇੱਦਾਂ ਸੇਬੇ ਨੂੰ ਜਦੋਂ ਖੋਲ ਦਿਓਗੇ ਇਹ ਜਿਹੜੀ ਪਕੜ ਹੈ ਇਹ ਇੰਤਹਾਈ ਸਖਤ ਹੋ ਜਾਏਗੀ। ਅੱਛਾ। ਜਦੋਂ ਸੇਬਾ ਖੁੱਲ ਜਾਏਗਾ ਫਿਰ ਇਹ ਜਿਹੜੀ ਪਿਉਂ ਦਾ ਇਹ ਤੁਹਾਡੀ ਕਾਮਯਾਬ ਹੋ ਜਾਏਗੀ। ਫਿਰ ਇਸ ਤਰ੍ਹਾਂ ਹੋ ਜਾਏਗੀ। ਇਹਨੂੰ ਮੇਰਾ ਜਿਵੇਂ ਮਰਜ਼ੀ ਦਾ ਹਲਾਈ ਜਾਓ, ਨੇਰੀਆਂ ਬੁੱਲੇ ਚੱਲੀ ਜਾਣ, ਇਹ ਪਿੰਨ ਜਿਹੜੀ ਆ ਇਹਦਾ ਬਿਲਕੁਲ ਜੈਕ ਮਾਰ ਗਈ ਆ। ਇੱਦਾਂ ਹੀ ਹੋ ਗਈ ਜਿਵੇਂ ਲੋਹੇ ਨੂੰ ਇੱਕ ਰਾਡ ਬਿਜਲੀ ਦਾ ਰਾਡ ਵੈਲਡ ਕਰ ਦੇਖੋ ਨਾ, ਜਿਵੇਂ ਮਰਜ਼ੀ ਝਟਕੇ ਵੱਜੀ ਜਾਣ, ਬਿਲਕੁਲ ਇਹਨਾਂ ਨੂੰ ਕੋਈ ਪਰਵਾਹ ਨਹੀਂ, ਵੈਲਡ ਹੋ ਗਈ। ਇਹਦੀ ਤਾਕਤ ਇੰਨੀ ਬਣ ਗਈ ਆ ਜਿਵੇਂ ਆ ਕੁਦਰਤੀ ਸ਼ਾਖ ਆ ਨਿਕਲੀ ਹੈ। ਅੱਛਾ ਅੱਛਾ। ਇਹ ਸ਼ਾਖ ਦੇਸੀ ਹੈ ਜਿਹੜੀ ਨਾ, ਜਿਵੇਂ ਇਹਦੀ ਕੁਦਰਤੀ ਸ਼ਾਖ ਨਿਕਲੀ ਹੈ ਏਦਾਂ ਹੀ ਆ ਪਿਉਣ ਦੀ ਸ਼ਾਖ ਕਾਮਯਾਬ ਹੋ ਗਈ ਹੈ। ਤੇ ਫਿਰ ਉਸ ਤੋਂ ਬਾਅਦ ਇਹਨੂੰ ਚੂਨਾ ਕਰਨਾ ਚਾਹੀਦਾ। ਅੱਛਾ, ਚੂਨਾ ਇਹਦਾ ਕੀ ਫਾਇਦਾ ਜੀ? ਚੂਨੇ ਦਾ ਫਾਇਦਾ ਹੈਗਾ ਕਿ ਇਹਦੀ ਜੋ ਮੱਛਰ, ਟਿੱਡੀ, ਭਮੱਕੜ ਵਗੈਰਾ ਹੈਗਾ ਵਾ, ਇਹਨੂੰ ਇਹ ਤੋਂ ਚੜ੍ਹ ਕੇ ਤੇ ਪੌਦਿਆਂ ਦੇ ਉੱਤੇ ਦੇਖਿਆ ਹੋਣਾ ਕਪਾਹ ਦੇ ਸੀਜ਼ਨ ਦੇ ਵਿੱਚ ਇੱਕ ਗੋਲ ਜਿਹਾ ਹੁੰਦਾ ਹੈ, ਉਹ ਕਿੰਨੇ ਪੌਦੇ ਦੇ ਉੱਤੇ ਲਾ ਕੇ ਤੇ ਉਹਦਾ ਰਸ ਚੂਸਦੇ ਆ। ਜਦੋਂ ਕੀੜਾ ਮਕੌੜਾ ਉੱਪਰ ਜਾਏਗਾ ਇਹਦਾ ਰਸ ਚੂਸੇਗਾ, ਪੌਦਾ ਕਮਜ਼ੋਰ ਹੋ ਜਾਏਗਾ। ਤੇ ਇਹਨੂੰ ਫਿਰ ਅਸੀਂ ਹੁਣ 3-4 ਦਿਨ ਹੋ ਗਿਆ ਇਹਨੂੰ ਸਪਰੇਅ ਕੀਤੀ ਆ, ਉਹ ਚ ਨੀਲਾ ਤੋਥਾ ਪਾਇਆ। ਵਾਹ ਜੀ ਵਾਹ। ਚੂਨੇ ਦਾ ਪਹਿਲੇ ਚੂਨਾ ਪਿਆ ਡਰਮ ਚ, ਉਹਨੂੰ ਫੁੱਲ ਭਰਿਆ, ਫਿਰ ਉਹਨੂੰ 1 ਦਿਨ ਵਾਸਤੇ ਰੱਖਿਆ ਰਾਤ। ਅਗਲੇ ਦਿਨ ਚੂਨੇ ਨੂੰ ਛੇੜਿਆ ਨਹੀਂ, ਚੂਨੇ ਦਾ ਪਾਣੀ ਨਿਤਾਰਿਆ
ਰਾਤ ਚੂਨਾ ਬਹਿ ਗਿਆ, ਪਾਣੀ ਸਾਫ਼ ਹੋ ਗਿਆ। ਅਸੀਂ ਉੱਥੋਂ ਕਿੰਨਾ ਭਰ ਕੇ ਟੈਂਕੀ ਉੱਥੋਂ ਭਰਦੇ ਸੀ ਤੇ ਉਸ ਤੋਂ ਬਾਅਦ ਅਸੀਂ ਨੀਲਾ ਥੋਥਾ ਲਿਆ ਦਾ ਰਾਤ ਪਿਆ ਨੀਲਾ ਥੋਥੇ ਦਾ ਇੱਕ ਕੱਪ ਪਾਉਂਦੇ ਸੀ ਤੇ ਫਿਰ ਨਾਲ ਦਵਾਈ ਐਡ ਕਰਦੇ ਸੀ। ਉਹ ਅਸੀਂ ਇਹਨੂੰ ਪਰਸੋਂ ਅਸੀਂ ਸਾਰੇ ਬਾਗ ਨੂੰ ਜਿੰਨਾ 4-5 ਏਕੜ ਬਾਗ ਆ ਇਹਨੂੰ ਅੱਛੇ ਤਰੀਕੇ ਨਾਲ ਸਪਰੇਅ ਕੀਤੀ। ਜਿਹੜਾ ਸਾਡਾ ਫਿਰ ਚੂਨੇ ਵਾਲਾ ਪਾਣੀ ਇਸਤੇਮਾਲ ਹੋ ਕੇ ਥੱਲੇ ਚੂਨਾ ਬਚ ਗਿਆ। ਇਹਦੇ ਪੌਦੇ ਸਾਰੇ ਦਿਸਦੇ ਪਏ ਨੇ ਉੱਪਰ ਅੱਗੇ ਪਿੱਛੇ ਸਾਰੇ ਪੌਦੇ। ਅਸੀਂ 4-5 ਏਕੜ ਬਾਗ ਨੂੰ ਸਾਰੇ ਨੂੰ 2-2 3-3 ਫੁੱਟ ਤੱਕ ਇਹਨੂੰ ਸਾਰੇ ਨੇ ਚੂਨਾ ਮਾਰਿਆ। ਅੱਛਾ ਜੀ, ਇਹ ਚੂਨਾ ਜਿਹੜਾ ਇਹਦੇ ਵਾਸਤੇ ਬਹੁਤ ਜ਼ਰੂਰੀ ਆ। ਠੀਕ ਹੈ। ਹਾਂ, ਤੇ ਇਹ ਸਾਰੇ ਨੇ ਮਰਾਹਲ ਨੇ ਤੇ ਅਗਰ ਇਹਨੂੰ ਅਸੀਂ ਫਰਜ਼ ਕਰੋ ਪਿਉਂਦ ਨਹੀਂ ਕਰਦੇ ਸਾਡਾ ਪੌਦਾ ਕਾਠਾ ਰਹਿ ਜਾਂਦਾ। ਦੇਸੀ ਜਿਹਨੂੰ ਅਸੀਂ ਕਹਿੰਦੇ ਆ। ਅੰਬ ਤਾਂ ਲੱਗ ਜਾਣਗੇ ਲੇਕਿਨ ਮਜ਼ਾ ਕੋਈ ਨਹੀਂ। ਇਹ ਹੁਣ ਪੌਦਾ ਵਾ, ਇਹਨੂੰ ਹੁਣ 8 ਕੁਆਲਿਟੀਆਂ ਦੇ ਅਸੀਂ ਕਲਮਾਂ ਕੀਤੀਆਂ 1 2 3 4 5 6 7 8 9 10 ਯਾਨੀ ਕਿ ਹੁਣ ਯਾਨੀ ਕੋਈ 2 3 ਕਿਸਮ ਦੇ ਹੁਣ ਇਹ ਕਲਮਾਂ ਚੜ ਗਈਆਂ। 8 ਕੁਆਲਿਟੀ ਦੇ ਅੰਬ ਇੱਕ ਪੌਦੇ ਅਸੀਂ ਹੱਥ ਹਾਸਲ ਕਰਾਂਗੇ। ਇਹ ਮੇਰਾ ਸ਼ੌਕ ਆ ਕਿ ਹਰ ਮੌਸਮ ਦੇ ਵਿੱਚ ਇੱਕ ਪੌਦੇ ਨੂੰ ਅਨਵਰਟੋਰ ਸਿੰਧੜੀ ਚੌਂਸਾ ਦੁਸਹਿਰੀ ਇਹ ਸਾਰੇ ਅੰਬ ਇੱਕ ਪੌਦੇ ਨੂੰ ਲੱਗਣ ਤੇ ਹਰ ਬੰਦਾ ਆ ਕੇ ਉਹਨੂੰ ਦੇਖ ਕੇ ਖੁਸ਼ ਹੋਵੇ ਤੇ ਔਰ ਇਹਦਾ ਬਿਹਤਰੀਨ ਰਿਜ਼ਲਟ ਹੋਵੇ। ਇਹ ਹੁਣ ਜਿਹੜੀ ਸ਼ਾਖ ਵਾ ਇਹ 2-3 ਸਾਲ ਤੋਂ ਬਾਅਦ ਇਹ ਸ਼ਾਖ ਜਿਹੜੀ ਫਲ ਲੈਣਾ ਸ਼ੁਰੂ ਕਰ ਦੇਗੀ। ਹਾਂ, ਤੇ ਇਹ ਇਹਦਾ ਮਰਹਲਾ ਹੈਗਾ 3 ਸਾਲ ਤੋਂ ਬਾਅਦ। ਹਾਂ, 3 ਸਾਲ ਤੋਂ ਬਾਅਦ ਇਨਸ਼ਾਅੱਲਾ ਇਹ ਬੂਰ ਚੱਕੇਗੀ ਫਲ। ਅੱਛਾ ਜੀ, ਤੇ ਫਿਰ ਅਸੀਂ ਇਹ ਤੋਂ ਅਸੀਂ ਫਲ ਲੈਣਾ ਸ਼ੁਰੂ ਕਰ ਦਿਆਂਗੇ। ਅੱਛਾ, ਅਗਲੀ ਗੱਲ ਇਹ ਹੈਗੀ ਹੈ ਜਿਹੜੀ ਬੜੀ ਇਹਤਿਆਤ ਦੀ ਆ। ਮਤਲਬ ਜਿਸ ਵਕਤ ਆਹ ਕਲਮ ਫੁੱਟ ਕੇ ਇਸ ਤਰ੍ਹਾਂ ਦੀ ਹੋ ਗਈ ਨਾ ਫਿਰ ਕਾਠੀ ਕਲਮ ਨੂੰ ਕੱਟ ਦੇਣਾ। ਅੱਛਾ, ਇਹਨੂੰ ਕੱਟ ਦੇਣਾ। ਇਹਨੂੰ ਆਰੀ ਨਾਲ ਇੰਨਾ ਇhtiyat ਨਾਲ ਕੱਟਣਾ ਕਿ ਇਸ ਕਲਮ ਨੂੰ ਕੋਈ ਜ਼ੋਫ ਨਾ ਪਹੁੰਚੇ। ਬਾਅਦ ਕਾ ਝਟਕਾ ਵੱਜਦਾ। ਕਈ ਲੋਕ ਹੁੰਦੇ ਦਾਤੀ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਆ, ਕਈ ਲੋਕ ਹੁੰਦੇ ਨੇ ਛੁਰੀ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਆ। ਨਹੀਂ, ਉਹ ਤਰੀਕਾ ਗਲਤ ਆ। ਇਹਨੂੰ ਆਰੀ ਨਾਲ ਐਸਾ ਕੱਟੋ ਜਿਸ ਵਕਤ ਕਟਾਈ ਟਾਹਣੀ ਦੇ ਐਂਡ ਤੇ ਪਹੁੰਚ ਜਾਵੇ ਫਿਰ ਇੱਥੋਂ ਇਹਨੂੰ ਪਕੜੋ। ਇਹਨੂੰ ਪਕੜ ਕੇ ਤੇ ਇਹਨੂੰ ਉਲਟੇ ਰੋਕ ਇਹਨੂੰ ਮਰੋੜੋ ਤਾਂ ਕਿ ਇਹ ਇੱਧਰ ਨੂੰ ਆਵੇ, ਆਹ ਕਲਮ ਨੂੰ ਨਾ ਤੋੜੇ। ਇਹਦਾ ਬਹੁਤ ਇਹਤਿਆਤ ਦਾ ਮਰਹਲਾ ਹੈ। ਅੱਛਾ, ਕਈ ਮੇਰਾ ਮਤਲਬ ਦੋਸਤ ਜਿਹੜੇ ਨੇ ਉਹ ਇੱਕ ਆਮ ਦੇਸੀ ਦਾਤੀ ਫੜੀ ਦਾਤੀ ਨਾਲ ਇਹਨੂੰ ਕੱਟ ਕੀਤਾ ਮਰੋੜੀ, ਉਹ ਬਜਾਏ ਟਾਹਣੀ ਆ ਤੋੜਨ ਦੇ ਆ ਵੀ ਨਾਲ ਹੀ ਤੋੜ ਪੈਂਦੇ। ਇਹਦਾ ਮਰਹਲਾ ਬਹੁਤ ਇਹਤਿਆਤ ਦਾ। ਫਿਰ ਉਸ ਤੋਂ ਬਾਅਦ ਹੁਣ ਆ ਸਾਡੀਆਂ ਪਿਛਲੇ ਮਹੀਨੇ ਠੰਡ ਬਹੁਤ ਪਈ, ਕੋਰਾ ਪਿਆ, ਅਸੀਂ ਇਹਨੂੰ ਸਾਰੇ ਨੂੰ ਨਾ ਪਰਾਲੀ ਨਾਲ ਢੱਕਿਆ ਉੱਤੋਂ ਤਾਂ ਕਿ ਫਿਰ ਵੀ ਆ ਕੋਰੇ ਦੀ ਮਾਰ ਦੇਖੋ। ਆ ਕੋਰਾ ਨਾ ਫਿਰ ਵੀ ਨਾ ਢੱਕਣ ਇਹਨੂੰ ਤੋਂ ਢੱਕਣ ਦੇ ਬਾਵਜੂਦ ਵੀ ਕੋਰੇ ਨੇ ਨਾ ਵੇ ਹਟਾਣੀਆਂ ਦਾ ਪੱਤਿਆਂ ਦਾ ਕੀ ਹਾਲ ਕੀਤਾ ਵੀ ਇਹਨੂੰ ਅੰਬ ਨੂੰ ਕੋਰਾ ਬਹੁਤ ਜ਼ਿਆਦਾ ਮਾਰ ਕਰਦਾ। ਅਗਰ ਕੋਈ ਸਾਡੀਆਂ ਟਾਹਣੀਆਂ ਕਾਠੀਆਂ ਸੀ, ਇਹਨਾਂ ਟਾਹਣੀਆਂ ਨੇ ਇਹਨੂੰ ਬੜਾ ਲੁਕੋ ਕੇ ਰੱਖਿਆ। ਇਹਨਾਂ ਆੜੀਆਂ ਪਿਉਂਦ ਕੀਤੀਆਂ ਸ਼ਾਖਾਂ ਸੀ, ਇਹਨਾਂ ਟਾਹਣੀ ਦੀ ਬੜੀ ਮਦਦ ਮਿਲੀ। ਲੇਕਿਨ ਫਿਰ ਵੀ ਅਸੀਂ ਇਹਤਿਆਤਨ ਇੱਥੇ ਸੋਟੀਆਂ ਰੱਖ ਕੇ ਇੱਥੇ ਪਰਾਲੀ ਪਾਉਣ ਤੋਂ ਬਾਅਦ ਇਹਨੂੰ ਅਸੀਂ ਮਹਿਫੂਜ਼ ਕੀਤਾ ਵੀ ਸਾਰਾ 2-2.5 ਮਹੀਨੇ ਇਹਨੂੰ ਕਵਰ ਕੀਤੀ ਰੱਖਿਆ। ਹੁਣ ਅਸੀਂ ਆ 3-4 ਦਿਨ ਧੁੱਪਾਂ ਨਿਕਲੀਆਂ ਤੇ ਕੋਰੇ ਦੀ ਥੋੜੀ ਸ਼ਿੱਦਤ ਵੈਸੇ ਖਤਮ ਹੋ ਗਈ ਆ। ਅਸੀਂ ਉੱਤੋਂ ਸਾਰੀ ਪਰਾਲੀ ਲਾ ਕੇ ਇਹਨਾਂ ਜਿਹੜੀ ਸ਼ਾਖਾ ਨੂੰ ਅਸੀਂ ਨੰਗਾ ਕਰ ਦਿੱਤਾ। ਹੁਣ ਇਹ ਮੌਸਮ ਆ ਗਿਆ, ਹੁਣ ਇਨਸ਼ਾਅੱਲਾ ਇਹ ਸ਼ਰੂਫੇ ਕੱਢ ਕੇ ਅਗਲੇ ਸਾਲ ਤੱਕ ਇਹੀ ਸ਼ਾਖਾ ਇਸ ਪੌਦੇ ਦਾ ਰੂਪ ਧਾਰ ਜਾਣਗੀਆਂ। ਠੀਕ ਆ। ਇਹ ਜਿਹੜੀਆਂ 5-7 ਕਲਮਾਂ ਚ ਤਿਆਰ ਹੋ ਗਈਆਂ, ਕੁਛ ਮੈਂ ਤਾਜ਼ੀਆਂ ਕੀਤੀਆਂ, ਕੁਛ ਪੁਰਾਣੀਆਂ ਖੜੀਆਂ। ਇਹ ਜਿਹੜੀਆਂ ਇਹ ਦੁਆ ਨੇ ਅਗਲੇ ਪਾਸੇ ਇਹ ਨੇ, ਇਹ 1 ਸਾਲ ਤੋਂ ਬਾਅਦ ਕਿਉਂਕਿ ਇਹਦਾ ਮੁੱਢ ਮੋਟਾ ਇਹ ਫੁੱਲ ਤਾਕਤ ਲੈ ਰਿਹਾ। ਜਿਹੜੀ ਤਾਕਤ ਆ ਇਹ ਫੁੱਲ ਜਦੋਂ ਪੌਦੇ ਨੂੰ ਇਹਨਾਂ ਸ਼ਾਖਾਂ ਨੂੰ ਉੱਤੋਂ ਕੱਟ ਦਿਆਂਗੇ, ਆਹ ਕਲਮ ਫੁੱਟ ਕੇ ਇੱਥੋਂ ਕੱਟ ਦਿਆਂਗੇ, ਇਹਨੂੰ ਇੱਥੋਂ ਕੱਟ ਦਿਆਂਗੇ, ਫਿਰ ਇਹਨੂੰ ਅਸੀਂ ਇੱਥੋਂ ਕੱਟ ਦਿਆਂਗੇ। ਜਿਵੇਂ ਇਹ ਕਲਮਾਂ ਕੱਟੀਆਂ ਫਿਰ ਸਾਰੀ ਤਾਕਤ ਪੌਦੇ ਨੂੰ ਜਿਹੜੀ ਹੈਗੀ ਪੌਦੇ ਦੀ ਇਹਨਾਂ ਕਲਮਾਂ ਨੂੰ ਮਿਲੇਗੀ। ਇਹ ਫਿਰ ਭਰਪੂਰ ਤਰੀਕੇ ਨਾਲ ਗਰੋਥ ਕਰਨਗੀਆਂ ਤੇਜ਼ੀ ਦੇ ਨਾਲ। ਜੇ ਇਹ ਅਗਲੇ ਸਾਲ ਤੱਕ ਇਨਸ਼ਾਅੱਲਾ ਇਸ ਪੌਦੇ ਦੇ ਜਿੰਨਾ ਸਾਈਜ਼ ਆ ਇਹ ਕਲਮਾਂ ਇੰਨਾ ਆਪਣਾ ਏਰੀਆ ਜਿਹੜਾ ਕਵਰ ਕਰ ਲੈਣਗੀਆਂ ਤੇ 1-2-3 ਸਾਲ ਤੋਂ ਬਾਅਦ ਇਨਸ਼ਾਅੱਲਾ ਇਹਨੂੰ 5-6-7 ਕੁਆਲਿਟੀ ਦੇ ਅੰਬ ਲਮਕਦੇ ਤੁਹਾਨੂੰ ਤੇ ਲਟਕਦੇ ਦਿਖਾਵਾਂਗੇ। ਠੀਕ ਹੋ ਗਿਆ। ਇਹ ਇਹਦਾ ਇਹਤਿਆਤ ਸਪਰੇਅ ਦਾ ਖਿਆਲ ਰੱਖੋ। ਇਹਨੂੰ ਕੋਰਾ ਪੈਂਦਾ ਉਹਦੇ ਤੋਂ ਇਹਨਾਂ ਪੌਦਿਆਂ ਨੂੰ ਨਾਜ਼ੁਕ ਜਿਸ ਤਰ੍ਹਾਂ ਬੱਚੇ ਨੂੰ ਪਾਲੀਦਾ ਨਾ। ਅੰਬ ਇੱਕ ਐਸਾ ਪੌਦਾ ਕਿ ਬੱਚਾ ਪਾਲਣਾ ਸੌਖਾ, ਅੰਬ ਦਾ ਪੌਦਾ ਪਾਲਣਾ ਔਖਾ। ਅਗਰ ਅਸੀਂ ਇਹਨੂੰ 100% ਕੇਅਰ ਨਾ ਕਰਾਂਗੇ ਇਹਦੀ ਤੇ ਅੰਬ ਅਸੀਂ ਇਹ ਕਲਮਾਂ ਕੀਤੀਆਂ ਸਾਡੀਆਂ ਇਹ ਬੇਕਾਰ ਜ਼ਾਇਆ ਹੋ ਜਾਣਗੀਆਂ। ਇਹਨਾਂ ਤੇ ਬੜੀ ਮਿਹਨਤ ਹੋਈ ਹੈ ਤੇ ਇਸ ਕਰਕੇ ਜਿਹਨਾਂ ਦੋਸਤ ਭਰਾਵਾਂ ਨੇ ਅੰਬ ਦੀ ਪੇਵੰਦਕਾਰੀ ਕਰਨੀ ਹੈ, ਹੁਣ ਮੌਸਮ ਜਾ ਰਿਹਾ 10 ਤੋਂ 15 ਦਿਨ ਟਾਈਮ ਆ। ਮੈਂ ਵੀ ਆ ਬੜੀ ਮੁਸ਼ਕਿਲ ਨਾਲ ਇੱਕ ਸਕੂਲ ਡਿਊਟੀ ਦੇਣ ਤੋਂ ਬਾਅਦ ਆਣਾ ਸਕੂਲ ਇੱਥੇ ਖੇਤਾਂ ਵਿੱਚ 5-7 ਕਲਮਾਂ ਡੇਲੀ ਕਰਦਾ। ਮੈਂ ਤਕਰੀਬਨ 50 ਕਲਮਾਂ ਮੈਂ ਕਰ ਲਈਆਂ। ਮੇਰੇ ਕੋਈ 10-15 ਕਲਮਾਂ ਮੇਰੀਆਂ ਹੋਰ ਰਹਿ ਗਈਆਂ, ਮੈਂ 2-3 ਦਿਨ ਦੇ ਵਿੱਚ ਮੁਕੰਮਲ ਕਰ ਲੈਣੀਆਂ। ਅਗਰ ਇਸ ਤੋਂ ਮੈਂ ਅੱਗੇ ਹੋਰ 10 ਦਿਨ ਲੇਟ ਕਰਦਾ ਨਾ ਉਨੀ ਦਿਨ ਨੂੰ ਫਿਰ ਇਹ ਕਲਮਾਂ ਫਿਰ ਕਾਮਯਾਬ ਨਹੀਂ ਹੁੰਦੀਆਂ। ਫਿਰ ਇਹ ਹਰੀਆਂ ਤਾਂ ਖੜੀਆਂ ਰਹਿੰਦੀਆਂ ਲੇਕਿਨ ਸ਼ਗੂਫੇ ਨਹੀਂ ਕੱਢਦੀਆਂ। ਉਹ ਫਿਰ ਜਿਹੜਾ ਨਾ ਮਸਲਾ ਸਾਰਾ ਨਾ ਖਰਾਬ ਹੋ ਜਾਂਦਾ ਹੈਗਾ। ਇਸ ਕਰਕੇ ਜਿਹੜਾ ਦੋਸਤਾਂ ਨੇ ਕਲਮਾਂ ਕਰਨੀਆਂ ਉਹ ਹੁਣ ਟਾਈਮ ਆ 10 ਦਿਨ ਦੇ ਵਿੱਚ ਇਸ ਪ੍ਰੋਸੈਸ ਨੂੰ ਮੁਕੰਮਲ ਕਰ ਲੈਣ
ਤੇ ਆਪਣੀ ਜਿਹੜੇ ਹੈਗੇ ਨੇ ਕਾਠੇ ਬੂਟਿਆਂ ਦਾ ਕੋਈ ਫਾਇਦਾ ਨਹੀਂ। ਅਗਰ ਇਹ ਤੁਹਾਡਾ ਪੌਦਾ 1000 ਦਾ ਵਿਕਦਾ ਨਾ, ਅਗਲੇ ਕਲਮੀ ਪੌਦਾ ਤੁਹਾਡਾ 10,000 ਦਾ ਵਿਕੇਗਾ। ਇੰਨਾ ਇਹਦੀ ਕੁਆਲਿਟੀ ਦੇ ਨਾਲ ਵਿੱਚ ਇੰਨਾ ਫਰਕ ਆਉਂਦਾ। ਤੇ ਮੈਂ ਵੀ ਭਰਪੂਰ ਜਿਹੜੇ 4-5 ਏਕੜ ਦਾ ਬਾਗ ਤਿਆਰ ਕੀਤਾ ਤੇ ਇੱਥੇ ਭਰਪੂਰ ਦਿਨ ਰਾਤ ਇਹਦੀ ਮੈਂ ਕੇਅਰ ਕਰਦਾ, ਇਹਦੀ ਗੋਡੀ ਚੌਕੀ ਸਪਰੇ ਖਾਦ ਵਗੈਰਾ ਦਾ ਖਿਆਲ ਕਰਦਾ। ਮੈਨੂੰ ਸ਼ੌਕ ਹੈ, ਮੇਰਾ ਜਿਹੜਾ ਮੁਸ਼ਕਲ ਹੈ 40 ਸਾਲ ਤੋਂ ਇਹ ਜਿਹੜੇ ਵੱਡੇ ਪੌਦੇ ਲੱਗੇ ਨੇ ਇਹਨਾਂ ਦੀ ਉਮਰ 40 ਸਾਲ ਆ ਇੱਧਰ ਲੱਗੇ ਨੇ ਆ ਜਿਹੜੇ ਇਹ ਪੌਦੇ ਇਹ 40 ਸਾਲ ਆ। ਮੈਂ ਆਪਣੇ ਹੱਥਾਂ ਨਾਲ ਗਿੜਕਾਂ ਲਾਈਆਂ ਸੀ ਤੇ ਆਪਣੇ ਹੱਥਾਂ ਨਾਲ ਗਿੜਕਾਂ ਲਾ ਕੇ ਉਗਾਇਆ, ਸਿਹਤ ਤੋਂ ਬਚਾਇਆ, 4 ਦੀਵਾਰੀ ਕੀਤੀ। 4 ਦੀਵਾਰੀ ਕਰਨ ਤੋਂ ਬਾਅਦ ਫਿਰ ਮੈਂ ਇਹਨਾਂ ਦੀ ਪਿਵੰਦਕਾਰੀ ਕਰਕੇ ਤੇ ਇਹ ਜਿਹੜੇ ਵੱਡੇ ਪੌਦੇ ਨੇ ਸਾਰੇ ਮੇਰੇ ਆਪਣੇ ਹੱਥਾਂ ਦੇ ਲੱਗੇ ਨੇ। 40 ਸਾਲ ਇਹਨਾਂ ਦੀ ਉਮਰ ਆ ਤੇ 55-58 ਸਾਲ ਮੇਰੀ ਉਮਰ ਆ। ਮੈਂ 8ਵੀਂ-9ਵੀਂ ਪੜ੍ਹਦਾ ਸੀ ਜਿਸ ਵਕਤ ਮੈਨੂੰ ਇਹ ਸ਼ੌਕ ਸੀ ਤੇ ਉਹਨਾਂ ਦਾ ਸ਼ੌਕ ਮੈਂ ਆਪਣੇ ਪੱਲੇ ਬੰਨ ਕੇ ਆਹ ਦੇਖੋ ਨਾ ਇੱਧਰਲੇ ਪਾਸੇ ਆਹ ਪੌਦੇ ਲੱਗੇ ਨੇ। ਇਹ ਇਹਨਾਂ ਦੀ ਉਮਰ 3-4 ਸਾਲ ਆ। ਆਹ ਜਿਹੜੇ ਪੌਦੇ ਨੇ ਇਹ 3-4 ਸਾਲ ਇਹਨਾਂ ਦੀ ਉਮਰ ਆ ਤੇ ਇਹਨਾਂ ਨੂੰ ਪਿਛਲੇ ਸਾਲ ਵੀ 15-20 ਕਿਲੋ ਅੰਬ ਲੱਗੇ ਸੀ। ਇਹ ਜਿਹੜੇ ਇਹ ਸਾਰੇ ਕਲਮੀ ਪੌਦੇ ਨੇ। ਇਹਨੂੰ ਕੀ ਵਜ੍ਹਾ ਬਣ ਗਈ ਸੀ ਇਹ? ਅੱਛਾ, ਇਹ ਵੀ ਇੱਕ ਬੜੀ ਨਾ ਅਜੀਬ ਦਾਸਤਾਨ ਆ। ਅੱਛਾ, ਕਿ ਇਹ ਜਿਹੜਾ ਪੌਦਾ ਸੀ ਇਹ ਮੈਂ ਕਲਮ ਕੀਤਾ ਸੀ, ਲੇਕਿਨ ਇਹ ਟਰੈਕਟਰ ਜਿਸ ਵਕਤ ਅਸੀਂ ਜ਼ਮੀਨ ਦੀ ਬੁਆਈ ਕੀਤੀ ਨਾ ਇਹ ਕਲਮ ਟੁੱਟ ਗਈ। ਅੱਛਾ, ਕਲਮ ਟੁੱਟਣ ਤੋਂ ਬਾਅਦ ਇਹ ਸਾਡੀ ਥੋੜੀ ਜਿਹੀ ਅਲਗਰਜ਼ੀ ਹੋ ਗਈ, ਇਹ ਪੌਦਾ ਕਾਠਾ ਹੀ ਜਵਾਨ ਹੋ ਗਿਆ। ਅੱਛਾ, ਕਾਠਾ ਹੀ ਜਵਾਨ ਹੋ ਗਿਆ। ਇਹ ਫਿਰ ਅਸੀਂ ਇਹਦਾ ਹੱਲੇ ਕੱਢਦੇ ਹਾਂ ਕਿ ਜੇ ਅਸੀਂ ਨਵਾਂ ਪੌਦਾ ਇੱਥੇ ਲਾਣੇ ਆ ਤਾਂ ਬਹੁਤ ਟਾਈਮ ਲੈਂਦਾ। ਅਸੀਂ ਇਹਦੀ ਇੱਥੋਂ ਕਟਾਈ ਕਰ ਦਿੱਤੀ ਆ। ਹੁਣ ਇਹ ਇੱਥੋਂ ਸ਼ਗੂਫੇ ਕੱਢੇਗਾ ਬੇਸ਼ੁਮਾਰ, ਸ਼ਗੂਫੇ ਕੱਢੇਗਾ ਬਹੁਤ ਤੇਜ਼ ਨਾਲ ਕਿਉਂਕਿ ਮੁੱਢ ਮੋਟਾ ਤੇ ਇਹ ਬਹੁਤ 6 ਮਹੀਨਿਆਂ ਵਿੱਚ ਨਾ ਇਹ 15-20 ਸ਼ਗੂਫੇ ਕੱਢ ਕੇ ਤਿਆਰ ਹੋ ਜਾਏਗਾ। ਜਦੋਂ ਤਿਆਰ ਹੋ ਜਾਏਗਾ ਉਂਗਲ ਦੀ ਮੋਟੀ ਟਾਣੀ ਹੋਏਗੀ, ਉਹੀ ਜਿਵੇਂ ਪਿੱਛੇ ਪੈਂਦਾ ਕੀਤੀਆਂ ਉਦਾਂ ਇਹਨੂੰ ਮੈਂ 8-10 ਕਲਮਾਂ ਚੜਾ ਦਾਂਗਾ ਕਿਉਂਕਿ ਇਹਦੇ ਮੋਟੇ ਮੁੱਢ ਹੋਣ ਦੀ ਵਜ੍ਹਾ ਤੋਂ, ਤਾਕਤ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇਹ 1 ਸਾਲ ਦੇ ਵਿੱਚ ਇਸ ਪੌਦੇ ਤਰ੍ਹਾਂ ਹੋ ਜਾਏਗਾ ਜਿਸ ਤਰ੍ਹਾਂ ਤੁਹਾਡੇ ਨਾਲ ਪੌਦਾ ਖੜਾ। ਤੇ ਇਹਨੂੰ ਅਸੀਂ ਤਾਂ ਕੱਟਿਆ ਕਿ ਵੀ ਕਾਠਾ ਹੋਣ ਦੀ ਵਜ੍ਹਾ ਤੋਂ ਇਹਨੂੰ ਜ਼ਾਇਆ ਨਾ ਕਰੀਏ। ਸਮਝ ਆਉਂਦੀ ਨਾ? ਇਹਨੂੰ ਅਸੀਂ ਤਾਂ ਕੱਟਿਆ ਕਿ ਇਹਦਾ ਮੁੱਢ ਜ਼ਾਇਆ ਨਾ ਕਰੀਏ। ਇਹ ਤੋਂ ਅਸੀਂ ਭਰਪੂਰ ਫਾਇਦਾ ਉਠਾਈਏ ਕਿਉਂਕਿ ਛੋਟਾ ਪੌਦਾ ਲਾਵਾਂਗੇ ਉਹਦੀ ਕੇਅਰ ਜ਼ਿਆਦਾ ਕਰਨੀ ਪੈਗੀ। 4-5 ਸਾਲ ਤੋਂ ਬਾਅਦ ਜਾ ਕੇ ਉਹ ਅਸੀਂ ਉਹਨੂੰ ਤਿਆਰ ਕਰਾਂਗੇ। ਇਹ ਜਿਹੜਾ ਮੁੱਢ ਹਰਾ ਇਹ ਦੇਖੋ ਨਾ, ਇਹ ਸ਼ਾਖ ਇੱਕ ਸ਼ਾਖ ਨਿਕਲੀ ਆ। ਹੁਣ ਇਹਦੀਆਂ ਸ਼ਾਖਾਂ ਇੱਥੋਂ ਬੇਸ਼ੁਮਾਰ ਨਿਕਲ ਜਾਣੀਆਂ। ਇੱਕ ਸ਼ਾਖ ਆ ਛੋਟੀ ਜਿਹੀ ਖੜੀ ਆ, ਇੱਕ ਸ਼ਾਖ ਆ ਨਿਕਲੀ ਆ। ਇਹ ਸ਼ਾਖਾਂ ਇੱਥੋਂ ਇਹਨੇ 10-15-20 ਸ਼ਾਖਾਂ ਕੱਢ ਲੈਣੀਆਂ। ਅਸੀਂ ਵਿੱਚੋਂ ਨਾ 8-10 ਸ਼ਾਖਾਂ ਰੱਖ ਲੈਣੀਆਂ ਜਿਹੜੀਆਂ ਅੱਛੀਆਂ ਜਿਹੜੀਆਂ ਸ਼ਾਖਾਂ ਕੰਡਮ ਆ ਨਾ ਕਮਜ਼ੋਰ ਆ ਉਹਦੀ ਤੋੜ ਦੇਣੀ ਆ। ਜਿਹੜੀਆਂ ਅੱਛੀਆਂ ਸ਼ਾਖਾਂ 8-10 ਹੋਣਗੀਆਂ ਅਸੀਂ ਜਿਸ ਵਕਤ ਉਂਗਲ ਲੱਗੀਆਂ ਜਾਂ ਗੁੱਠ ਲੱਗੀਆਂ ਮੋਟੀਆਂ ਹੋ ਗਈਆਂ, ਇੱਕ ਛਮਾਈ ਤੋਂ ਬਾਅਦ ਜਾਂ ਸਾਲ ਤੋਂ ਬਾਅਦ ਅਸੀਂ ਫਿਰ 8-10 ਕਿਸਮ ਦੇ ਕੁਆਲਿਟੀ ਦੇ ਅੰਬ ਦੀਆਂ ਕਲਮਾਂ ਇਹਨੂੰ ਮੈਂ ਚੜਾਵਾਂਗਾ। ਚੜਾ ਕੇ ਤੇ ਇਹੀ ਪੌਦਾ ਅਸੀਂ ਇਸ ਤਰ੍ਹਾਂ ਤਿਆਰ ਕਰਾਂਗੇ ਜਿਵੇਂ ਇਹ ਪੌਦਾ ਤਿਆਰ ਕੀਤਾ। ਇਹਨੂੰ ਫਿਰ 8-10 ਕੁਆਲਿਟੀ ਦੇ ਅੰਬ ਲੱਗਣਗੇ। ਦੇਖਣ ਨੂੰ ਤਾਂ ਤੁਹਾਨੂੰ ਹੁਣ ਲੱਗਦਾ ਵੀ ਇਹ ਬੇਕਾਰ ਮੋਢੀ ਖੜਾ ਨੂੰ ਪੜ੍ਹ ਦੇਣਾ ਚਾਹੀਦਾ, ਲੇਕਿਨ ਇਹਦੀ ਅਹਿਮੀਅਤ ਨੂੰ ਮੈਂ ਹੀ ਜਾਣਦਾ। ਜੇ ਤੁਹਾਡਾ ਸ਼ੌਕ ਜੀ ਮੇਰਾ ਸ਼ੌਕ ਆ ਕਿ ਇਹ ਮੁੱਢ ਜ਼ਾਇਆ ਨਹੀਂ ਕਰਨਾ। ਤੁਸੀਂ ਤਾਂ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਕਰਦੇ। ਮੈਨੂੰ ਮੇਰਾ ਮਤਲਬ ਵੀ ਆਪ ਨੂੰ ਠੰਡ ਲੱਗ ਜੇ ਤੇ ਮੈਂ ਬਰਦਾਸ਼ਤ ਕਰ ਲੈਣਾ। ਮੈਂ ਪੌਦੇ ਨੂੰ ਨਾ ਇਹ ਜਿਹੜਾ ਸੁੱਕਾ ਘਾਹ ਪਿਆ ਇਹਨੂੰ ਮੈਂ ਸਾਰਾ ਸਰਦੀਆਂ ਏਦਾਂ ਉੱਤੇ ਨਾ ਇਹਦੇ ਤੇ ਨਾ ਏਦਾਂ ਸਾਇਆ ਕਰਕੇ ਰੱਖਿਆ ਵੀ ਇਹਨੂੰ ਕੋਰਾ ਮਾਰਨਾ ਕਰੇ। ਇਹਨੂੰ ਮੈਂ ਆਪਣੇ ਪੁੱਤਾਂ ਤਰ੍ਹਾਂ ਪਾਲਿਆ। ਅੱਛਾ ਤੇ ਹੁਣ ਕੋਰੇ ਦਾ ਮੌਸਮ ਖਤਮ ਹੋ ਗਿਆ, ਇਹਨੂੰ ਮੈਂ ਲਾਤਾ, ਇਹਨੂੰ ਚੂਨਾ ਕਰਤਾ। ਹੁਣ ਇਹਦੀ ਮੈਂ ਗੋਡੀ ਕਰਾਂਗਾ, ਇਹਨੂੰ ਕੋਈ 2 ਮੁੱਠਾ ਖਾਦ ਪਾਊਂਗਾ, ਕੋਈ ਟੋਕਰੀ ਰੂੜੀ ਦੀ ਪਾਊਂਗਾ ਤੇ ਇਹ ਪੌਦਾ ਮੇਰਾ ਸਾਥ ਦੇਗਾ ਇਨਸ਼ਾਅੱਲਾ। ਮੈਨੂੰ ਇਹਨੂੰ ਤੁਸੀਂ ਸੁੱਕਾ ਨਾ ਮੁੱਢ ਨਾ ਸਮਝੋ। ਇਹ ਇੱਕ ਨਾ ਆ ਦੇਖੋ ਨਾ ਆ ਹਰੀ ਸ਼ਾਖ ਇੱਕ ਆ ਨਿਕਲੀ ਆ, ਇੱਕ ਸ਼ਾਖ ਆ ਨਿਕਲੀ ਆ। ਏਦਾਂ 10-15 ਸ਼ਾਖਾਂ ਹੋਰ ਨਿਕਲੀਆਂ, ਵਿੱਚੋਂ ਅੱਛੀਆਂ ਸ਼ਾਖਾਂ ਰੱਖ ਲਾਂਗੇ। ਉਹਨੂੰ ਇਨਸ਼ਾਅੱਲਾ ਅੱਜ ਤੋਂ 1 ਸਾਲ ਬਾਅਦ ਤੁਹਾਨੂੰ ਮੈਂ ਇਹੀ ਪੌਦਾ ਇੱਕ ਅੰਬ ਦੀ ਸ਼ਕਲ ਦੇ ਵਿੱਚ ਰੂਪ ਧਾਰਿਆ ਦਿਖਾਵਾਂਗਾ। ਇਸ ਦੀ ਵੀਡੀਓ ਫਿਰ ਬਣਾਵਾਂਗੇ। ਹਾਂ, ਇਸ ਦੀ ਵੀਡੀਓ ਫਿਰ ਉਦੋਂ ਬਣਾਵਾਂਗੇ। ਫਿਰ ਤੁਸੀਂ ਮੁਤਾਸਰ ਹੋਵੋਗੇ ਵੀ ਉਦੋਂ ਮੈਂ ਇੱਕ ਮੁੱਢ ਵੇਖਿਆ ਸੀ, ਅੱਜ ਯਾਰ ਇਹਨੂੰ ਇਹ ਅੰਬ ਦੀ ਸ਼ਕਲ ਧਾਰ ਗਿਆ। ਉਸ ਤੋਂ ਬਾਅਦ ਮੈਂ ਪਿਉਂਦ ਕਰਕੇ ਜਦੋਂ ਅੰਬ ਲੱਗੇ ਮੈਂ ਤੁਹਾਨੂੰ ਫਿਰ ਬਣਾਵਾਂਗਾ ਵੀ ਆਹ ਉਹੀ ਮੁੱਢ ਆ ਜਿਹਨੂੰ ਅੱਜ ਦੇਖ ਲਓ ਕਿ ਆ ਅੰਬ ਲੱਗੇ ਖੜੇ। ਫਿਰ ਇਹ ਇਸ ਪੌਦੇ ਦੀ ਤਰ੍ਹਾਂ ਹੋ ਜਾਏਗਾ। ਇਹ ਸਾਰਾ ਪ੍ਰੋਸੈਸ ਆ ਤੇ ਇਹਦੇ ਵਾਸਤੇ ਬੜੀ ਮਿਹਨਤ ਦੀ ਲੋੜ ਆ ਤੇ ਧੁੱਪ ਛਾਂ ਨਹੀਂ ਵੇਖਣੀ ਪੈਂਦੀ। ਪੌਦੇ ਦੀ ਕੇਅਰ ਵਾਸਤੇ ਦਿਲ ਲੱਗੀ ਬਿਲਕੁਲ ਤਸੱਲੀ ਨਾਲ ਕੰਮ ਕਰਨਾ ਚਾਹੀਦਾ ਅਗਰ ਇਹ ਤੋਂ ਤੁਸੀਂ ਅੱਛਾ ਫਾਇਦਾ ਉਠਾਉਣਾ ਚਾਹੁੰਦੇ ਆ। ਹੁਣ 2 ਸਵਾਲ ਮੇਰੇ ਆ ਜੀ। ਹਾਂ ਦੱਸੋ। ਇੱਕ ਤਾਂ ਇਹ ਆ ਕਿ ਇਹ ਜਿਹੜਾ ਚੂਨਾ ਆਪਾਂ ਕੀਤਾ ਜੀ ਇਹਦੇ ਵਿੱਚ ਆਪਾਂ ਦਵਾਈ ਕਿਹੜੀ ਮਿਲਾਉਂਦੇ ਆ? ਇਹਦੇ ਵਿੱਚ ਦਵਾਈ ਜਿਹੜੀ ਹੈਗੀ ਆ ਇਹਦੇ 'ਚ ਅਸੀਂ ਚੂਨੇ ਦੇ ਵਿੱਚ ਤਾਂ ਪਾਇਆ ਹੈਗਾ ਵਾ ਨੀਲਾ ਥੋਥਾ। ਅੱਛਾ, ਨੀਲਾ ਥੋਥਾ।
ਨੀਲਾ ਤੋਤਾ ਇੱਕ ਆਪਣੇ ਤੋਂ ਇੱਕ ਜ਼ਹਿਰ ਆ ਉਹ ਨਹੀਂ ਨੀਲਾ ਤੋਤੇ ਵਿੱਚ ਜੋ ਚੂਨਾ ਮਿਲ ਜਾਂਦਾ ਹੈਗਾ ਫਿਰ ਉਹ ਜਿਹੜਾ ਜੋ ਕੀੜਾ ਮਕੌੜਾ ਭਮੱਕੜਾ ਇਹਦੇ ਉੱਪਰ ਨਹੀਂ ਚੜਦਾ। ਅੱਛਾ, ਉੱਪਰ ਨਹੀਂ ਚੜਦਾ। ਜਿਹੜਾ ਇਹ ਪੌਦਾ ਵਾ ਇਹਨੂੰ ਅਸੀਂ ਬਾਅਦ ਦੇ ਵਿੱਚ ਚੂਨੇ ਦਾ ਪਾਣੀ ਮਿਲਾ ਕੇ ਨਾਲ ਅੱਛੀ ਜ਼ਹਿਰ ਕਰਾਟੇ ਦੀ ਜ਼ਹਿਰ ਮਿਲਾ ਕੇ ਨਾਲ ਨੀਲਾ ਤੋਤਾ ਵੀ ਨਾਲ ਸ਼ਾਮਲ ਕਰਕੇ ਫਿਰ ਅਸੀਂ ਇਹਨਾਂ ਸਾਰੇ ਪੌਦੇ ਨੂੰ ਸਪਰੇਅ ਕੀਤੀ ਆ। ਹੁਣ ਇਹ ਦੇਖੋ ਨਾ ਤੁਸੀਂ ਥੋੜਾ ਜਿਹਾ ਅੱਗੇ ਆ ਨਾ ਤੁਹਾਨੂੰ ਦਿਖਾਵਾਂ। ਇਹ ਹੁਣ ਦੇਖੋ ਨਾ ਇਹ ਹੁਣ ਪੌਦਾ ਜਿਹੜਾ ਵਾ ਇਹ ਹੁਣ ਫਲ ਚੱਕਦਾ ਪਿਆ ਅੱਗੋਂ। ਇਹ ਕੰਪਲ ਦੇਖੋ, ਇਹ ਕੰਪਲ ਦੇਖੋ, ਇਹ ਟਾਹਣੀ ਦੇਖੋ। ਇਹ ਹੁਣ ਨਾ 8-10 ਦਿਨਾਂ ਦੇ ਵਿੱਚ ਵਿੱਚ ਇਹਨੇ ਹੁਣ ਸਾਰਾ ਬੂਰ ਚੱਕ ਲੈਣਾ। ਫਿਰ ਅਸੀਂ ਉਸ ਤੋਂ ਬਾਅਦ ਜਦੋਂ ਬੂਰ ਦੀ ਥੋੜੀ ਜਿਹੀ ਅੰਬ ਦੀ ਡਕੋਨੀ ਬਣ ਗਈ ਨਾ ਜਿਵੇਂ ਅਖਰੋਟ ਹੁੰਦਾ, ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਦੁਬਾਰਾ ਸਪਰੇਅ ਕਰਨਾ। ਅੱਛਾ ਜੀ। ਤਾਂ ਕਿ ਸਾਡਾ ਫਲ ਜਿਹੜਾ ਉਹ ਮਹਿਫੂਜ਼ ਰਹੇ, ਫੰਗਸ ਨਾ ਲੱਗੇ, ਉਹਨੂੰ ਮੱਖੀ ਨਾ ਪਵੇ, ਉਹਨੂੰ ਕੀੜਾ ਮਕੌੜਾ ਉੱਤੇ ਅਟੈਕ ਨਾ ਕਰੇ। ਫਿਰ ਜਿਸ ਵਕਤ ਇਹ ਥੋੜਾ ਜਿਹਾ ਹੋਰ ਬੜੇ ਸਾਈਜ਼ ਦਾ ਹੋ ਗਿਆ ਅਸੀਂ ਇੱਕ ਸਪਰੇਅ ਨੂੰ ਉਦੋਂ ਕਰਾਂਗੇ। ਤੇ ਉਹ ਸਾਡੀ ਜਿਹੜੀ ਗਿੱਦੜੀ ਜੀ ਪੈ ਜਾਂਦੀ ਹੁੰਦੀ, ਗਦੈੜੀ ਜੀ, ਕਿਸ ਤਰ੍ਹਾਂ? ਬਟੂਰ। ਹਾਂ, ਬੜਾ ਤੁਸੀਂ ਅੱਛਾ ਸਵਾਲ ਕੀਤਾ। ਉਹ ਜਿਹੜਾ ਬਟੂਰ ਆ ਉਹਦੇ ਵਿੱਚ ਨਾ ਇੰਨਾ ਕੀੜਾ ਮਕੌੜਾ ਦਾ ਮੱਛਰ ਇਕੱਠਾ ਹੋ ਜਾਂਦਾ ਨਾ ਕਿ ਉਹ ਫਿਰ ਸਾਰੇ ਜਿੰਨਾ ਫਲ ਲੱਗਾ ਹੁੰਦਾ ਉਹਨੂੰ ਬਹੁਤ ਮੁਤਾਸਰ ਕਰਦਾ। ਜਿਸ ਵਕਤ ਬਟੂਰ ਹੁਣ ਅੰਬ ਨੇ ਬੂਰ ਚੱਕਿਆ ਨਾ, ਇਹ ਹੁਣ 15-20 ਦਿਨ ਦੇ ਵਿੱਚ ਬੂਰ ਮੁਕੰਮਲ ਕਰ ਲਏਗਾ। ਜਦੋਂ ਬੂਰ ਤੋਂ ਬਾਅਦ ਅੰਬ ਦੀ ਨਿੱਕੀ ਜੀ ਇੱਕ ਡਕੋਨੀ ਬਣਨੀ ਸ਼ੁਰੂ ਹੁੰਦੀ ਹੈ ਨਾ, ਉਸ ਵਕਤ ਇਹਦੇ ਬੂਰ ਦੀ ਵੰਡ ਹੋ ਜਾਂਦੀ ਆ। ਅੱਛਾ। ਬਟੂਰ ਜਿਹੜਾ ਬਣਨਾ ਹੁੰਦਾ ਉਹ ਹੋਰ ਸ਼ਕਲ ਧਾਰ ਲੈਂਦਾ। ਜਿੰਨਾ ਸ਼ਾਖਾਂ ਤੋਂ ਬੂਰ ਤੋਂ ਅੰਬ ਬਣਨੇ ਹੁੰਦੇ ਆ ਉਹਦੀ ਕੁਛ ਰੰਗਤ ਹੋਰ ਹੁੰਦੀ ਆ। ਫਿਰ ਉਦੋਂ ਸਾਨੂੰ ਫੌਰੀ ਤੌਰ 'ਤੇ ਜਿੱਥੋਂ ਪਤਾ ਲੱਗ ਜਾਏ ਕਿ ਇਹਨਾਂ ਟਾਹਣੀਆਂ ਤੋਂ ਅੰਬ ਬਣਦੇ ਪਏ ਆ ਉਹ ਰੱਖ ਲਈਏ। ਜਿਹੜੀਆਂ ਬਟੂਰ ਬਣਦੀ ਆ ਜਿਹੜੇ ਮੋਟੇ ਛੱਜ ਜਿਹੇ ਬਣ ਜਾਂਦੇ ਆ, ਅਸੀਂ ਪੌੜੀ ਲਾ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੱਟੀਏ। ਅੱਛਾ। ਹਾਂ, ਉਹ ਤਾਂ ਬਹੁਤ ਜ਼ਰੂਰੀ ਮਰਹਲਾ ਨਾ। ਜਿਹੜੇ ਕਿਸਾਨ ਦੋਸਤ ਬਾਗਾਂ ਵਾਲੇ ਦੋਸਤ ਇਸ ਗੱਲ 'ਤੇ ਤਵੱਜੋ ਨਹੀਂ ਕਰਦੇ, ਉਹ ਆਪਣਾ ਨੁਕਸਾਨ ਇੱਦਾਂ ਕਰਦੇ ਕਿ ਆਪਣੇ ਪੈਰਾਂ 'ਤੇ ਕੁਹਾੜੀ ਮਾਰਨ ਦੇ ਮੁਤਰਾਦਫ ਆ। ਉਹਨਾਂ ਨੂੰ ਪੌੜੀ ਲਾ ਕੇ ਮਤਲਬ ਬਟੂਰ ਵਾਲੀ ਟਾਹਣੀ ਨੂੰ ਤੁਸੀਂ ਪਿੱਛੋਂ ਲਾ ਕੇ ਕੱਟੋ। ਕੱਟ ਕੇ ਤੇ ਫਿਰ ਇੱਕ ਥਾਂ ਨੂੰ ਇਕੱਠਿਆਂ ਕਰੋ। ਇਕੱਠਿਆਂ ਕਰਕੇ ਤੇ ਉਹਨਾਂ ਨੂੰ ਜੋ 2-4 ਧੁੱਪਾਂ ਲੱਗ ਜਾਣ ਉਹਨੂੰ ਅੱਗ ਲਾਓ। ਅੱਛਾ। ਅੱਗ ਲਾ ਕੇ ਉਹਨੂੰ ਸਾੜੋ ਤਾਂ ਕਿ ਜਿਹੜਾ ਉਹ 'ਚ ਫਫੂੰਦੀ ਮੱਛਰ ਕੀੜਾ ਮਕੌੜਾ ਸੁੰਡੀ ਵਗੈਰਾ ਪੈਦਾ ਹੋ ਗਈ ਨਾ, ਜਿਸ ਵਕਤ ਤੁਸੀਂ ਉਹ ਇੱਕ ਛੱਜ ਨੂੰ ਹਿਲਾਓਗੇ ਨਾ, ਏਦਾਂ ਇਸ ਤਰ੍ਹਾਂ ਹਿਲਾਓਗੇ, ਵਿੱਚੋਂ ਇੰਨੀ ਭੁੰਡੀ ਥੱਲੇ ਕਿਰੇਗੀ ਕਿ ਤੁਸੀਂ ਕਹੋਗੇ ਇੰਨੀ ਬਿਮਾਰੀ ਆਹ ਕਿੱਥੋਂ ਗਈ ਸਾਡੇ ਬਾਗ 'ਚ। ਉਹ ਫਿਰ ਇੱਕ ਤੋਂ ਗਾਂ ਦੂਸਰੇ ਤੀਸਰੇ ਨੂੰ ਫਿਰ ਐਸਾ ਸਾਰੇ ਅੰਬ ਨੂੰ ਆਪਣੀ ਲਪੇਟ 'ਚ ਲੈ ਲੈਂਦੀ ਹੈ। ਹੱਤਾ ਕਿ ਉਹ ਮਰਹਲਾ ਆ ਜਾਂਦਾ ਕਿ ਬਜਾਏ ਬੂਰ ਲੱਗਣ ਦੇ ਉਹ ਸਾਰਾ ਅੰਬ ਹੀ ਬਟੂਰ ਹੀ ਕੱਢਦਾ। ਉਹਦੀ ਤੁਹਾਨੂੰ ਮੈਂ ਮਿਸਾਲ ਆ ਦਿੰਦਾ, ਤੁਸੀਂ ਦੇਖੋ ਨਾ ਕਿ ਆਹ ਜਿਹੜੇ ਮੇਰੇ ਵੱਡੇ ਪੌਦੇ ਆ ਇਹ ਸਾਰੇ ਬਟੂਰ ਬਣ ਗਏ। ਅੱਛਾ। ਇਹ ਫਿਰ ਮੈਂ ਪਿਛਲੇ ਸਾਲ ਇਹ ਸਾਰੇ ਪੌਦੇ ਉੱਤੋਂ ਮੁਕੰਮਲ ਮੈਨੂੰ ਕਟਵਾਉਣੇ ਪੈ ਗਏ। ਬਟੂਰ ਨੇ ਸਾਰੇ ਜਿਹਨੂੰ ਅਸੀਂ ਆਪਣੇ ਮੂੰਹ ਸੜੀ ਵੀ ਕਹਿੰਦੇ ਆ, ਉਹ ਸਾਰੇ ਪੌਦੇ ਜਿਹੜੇ ਨੇ ਇਹ ਫਿਰ ਮੈਂ ਆਰੀ ਨਾਲ ਕਟਵਾਏ। ਆ ਦੇਖ ਲਓ, ਆ ਪੌਦਾ ਤੁਹਾਨੂੰ ਕੋਨਾ ਮਨਾ ਮਲੂਮ ਹੁੰਦਾ, ਇਹਨੂੰ ਵੀ ਮੈਂ ਤੇ ਜੜ ਕੇ ਤੇ ਆਰੀ ਨਾਲ ਕਟਵਾਇਆ। ਇਹ ਹੁਣ ਸ਼ਾਹਾਂ ਕੱਢੇਗਾ ਤਾਜ਼ੀਆਂ। ਅਸੀਂ ਉਹ ਜਿਹੜਾ ਬਟੂਰ ਬਣਦਾ ਸੀ ਉਹ ਅਸੀਂ ਦੁਬਾਰਾ ਨਹੀਂ ਬਣਨ ਦਿਆਂਗੇ। ਬਰ ਵਕਤ ਸਪਰੇਅ ਕਰਾਂਗੇ, ਬਰ ਵਕਤ ਇਹਨੂੰ ਖਾਦ ਪਾਵਾਂਗੇ, ਬਰ ਵਕਤ ਇਹਨੂੰ ਚੂਨਾ ਕਰਾਂਗੇ। ਇਹ ਤੁਸੀਂ ਹੁਣ ਮੁੱਢਾਂ ਦੇਖੋ ਚੂਨਾ ਹੋਇਆ, ਇਹ ਅੰਬ ਨੂੰ ਦੇਖੋ, ਸਾਰੇ ਅੰਬਾਂ ਨੂੰ ਚੂਨਾ ਕੀਤਾ, ਸਪਰੇਅ ਵੀ ਹੋ ਗਈ ਆ। ਹੁਣ ਸਾਨੂੰ ਨਾ 50% ਜਿਹੜੀ ਕਵਰੇਜ ਆ ਉੱਪਰ ਦੇਖੋ ਨਾ ਬੂਰ ਨਿਕਲਦਾ ਪਿਆ। ਇਹ ਹੁਣ 50% ਸਾਨੂੰ ਅਸੀਂ ਇਸ ਸਾਲ ਕਵਰ ਕਰਾਂਗੇ, 50% ਅਸੀਂ ਇਹਨੂੰ ਅਗਲੇ ਸਾਲ ਕਵਰ ਕਰਾਂਗੇ, ਲੇਕਿਨ ਬਟੂਰ ਤੋੜਾਂਗੇ ਲਾਜ਼ਮੀ। ਅੱਛਾ। ਬਟੂਰ ਤੋੜ ਕੇ ਤਾਂ ਅਸੀਂ ਉਹਦੀ ਬਿਮਾਰੀ ਨੂੰ ਅੱਗੇ ਨਹੀਂ ਵਧਣ ਦਿਆਂਗੇ। ਫਿਰ ਸਾਡਾ ਬਾਗ ਸਾਰਾ ਬਟੂਰ ਦੀ ਗੰਦੀ ਬਿਮਾਰੀ ਤੋਂ ਸਾਫ਼ ਹੋ ਜਾਏਗਾ। ਜਿਹੜਾ ਫਲ ਲੱਗੇਗਾ ਸਾਫ਼ ਸੁਥਰਾ ਤੇ ਬਿਹਤਰੀਨ ਕੁਆਲਿਟੀ ਲੱਗੇਗਾ, ਤੇ ਜਿਹੜਾ ਵੀ ਫਿਰ ਮੰਡੀ ਵੀ ਜਾਏਗਾ ਤਾਂ ਉਹਦਾ ਫਿਰ ਮੁੱਲ ਪਏਗਾ। ਅੱਛਾ ਸਰ ਜੀ, ਇੱਕ ਗੱਲ ਹੋਰ ਦੱਸੋ ਕਿ ਮਤਲਬ ਮਾਸ਼ਾਅੱਲਾ ਤੁਸੀਂ 40 ਸਾਲ ਤੋਂ ਇਸ ਕੰਮ ਨਾਲ ਰਿਲੇਟਡ ਆ। ਤੁਸੀਂ 8ਵੀਂ 9ਵੀਂ 'ਚ ਪੜ੍ਹਦੇ ਸੀ ਜਦੋਂ ਤੁਹਾਨੂੰ ਇਹ ਸ਼ੌਕ ਪੈਦਾ ਹੋਇਆ। ਹੁਣ ਮੇਰੀ 30 ਸਾਲ ਨੌਕਰੀ ਵੀ ਹੋ ਗਈ। 30 ਸਾਲ ਨੌਕਰੀ ਵੀ ਹੋ ਗਈ। ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ। ਤੁਸੀਂ ਇੱਕ ਕਿਸਾਨਾਂ ਦਾ ਅਸਾਸਾ ਵਾ ਜਿਹੜੇ ਅੱਜ ਤੁਹਾਨੂੰ ਦੇਖ ਰਹੇ ਆ, ਔਰ ਮੈਂ ਫਖਰ ਕਰ ਰਿਹਾ ਤੁਹਾਡੀ ਵੀਡੀਓ ਬਣਾ ਕੇ ਕਿ ਅੱਲਾਹ ਤਾਲਾ ਇਹ ਤੁਹਾਨੂੰ ਸਿਹਤ ਦੇਵੇ। ਜਿੰਨੇ ਵੀ ਸਾਨੂੰ ਅੱਜ ਮੇਰੇ ਸਬਸਕ੍ਰਾਈਬਰ, ਮੇਰੇ ਵੀਵਰਸ ਅੱਜ ਸਾਨੂੰ ਦੇਖ ਰਹੇ ਆ ਨਾ, ਸਾਡੀ ਵੀਡੀਓ 'ਤੇ ਕਮੈਂਟ ਜ਼ਰੂਰ ਕਰਨਾ, ਲਾਈਕ ਕਰਨਾ, ਇਹਨੂੰ ਸ਼ੇਅਰ ਕਰਨਾ। ਅਤੇ ਐਂਡ 'ਤੇ ਮੈਂ 2-3 ਚੀਜ਼ਾਂ ਉਸਤਾਦਾਂ ਕੋਲੋਂ ਹੋਰ ਤੁਹਾਨੂੰ ਪੁੱਛ ਕੇ ਦੱਸਣ ਲੱਗਾ ਵਾਂ ਕਿ ਸਰ ਜੀ ਅਗਰ 1 ਏਕੜ ਪੂਰੀ ਮਿਹਨਤ ਦੇ ਨਾਲ ਤਿਆਰ ਕਰ ਲਿਆ ਜਾਵੇ, 1 ਏਕੜ ਦੇ ਵਿੱਚ ਪੈਂਦੀ ਬੂਟੇ ਕਿੰਨੇ ਹੋ ਸਕਦੇ ਆ ਤਿਆਰ? ਅਸਲ ਦੇ ਵਿੱਚ ਇਹਦੇ ਨਾ 2 ਖਿਆਲਾਤ ਲੋਕ ਰੱਖਦੇ ਆ। ਜਿਹੜੇ ਪਹਿਲੇ ਵਕਤ ਦੇ ਲੋਕ ਸੀ ਨਾ, ਉਹ ਕਹਿੰਦੇ ਸੀ ਕਿ ਅੰਬ ਦਾ ਬੂਟਾ 40 ਫੁੱਟ ਤੇ ਹੋਣਾ ਚਾਹੀਦਾ।
ਲੇਕਿਨ ਮੈਂ ਇਸ ਚੀਜ਼ ਨਾਲ ਇਤਫਾਕ ਨਹੀਂ ਕਰਦਾ। ਠੀਕ ਹੋ ਗਿਆ ਜੀ। ਮੈਂ ਇਸ ਚੀਜ਼ ਨਾਲ ਇਤਫਾਕ ਕਰਦਾ ਕਿ ਹੁਣ ਨਈ ਟੈਕਨੋਲੋਜੀ, ਨया ਦੌਰ ਆ, ਅੱਜ ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਲੈਣੀ ਚਾਹੀਦੀ ਆ। ਅਗਰ 40 ਫੁੱਟ ਤੇ ਪੌਦਾ ਲਾਵਾਂਗੇ ਉਹ ਕਿਤਨੀ ਦੇਰ ਲਾਏਗਾ ਪੌਦਾ ਜਵਾਨ ਹੋਣ ਲੱਗਿਆ, ਫਿਰ ਉਹ ਜਿਹੜਾ ਵਿੱਚ ਜ਼ਮੀਨ ਵਿੱਚ ਖਾਲੀ ਰਹਿ ਗਈ ਉਹ ਤੋਂ ਅਸੀਂ ਭਰਪੂਰ ਫਾਇਦਾ ਨਹੀਂ ਉਠਾ ਸਕਦੇ, ਕਿਉਂਕਿ ਨਾ ਤਾਂ ਉਹਦੇ ਵਿੱਚ ਅੱਛੀ ਫਸਲ ਹੋ ਸਕਦੀ ਆ, ਨਾ ਅਸੀਂ ਉਧਰ ਕੇ ਰਹੇ, ਨਾ ਅਸੀਂ ਉਧਰ ਕੇ ਰਹੇ। ਠੀਕ ਹੈ। ਮੈਂ ਇਹ ਜਿਹੜੇ ਪੌਦੇ ਲਾਏ ਨੇ ਇਹ ਮੈਂ 24 25 ਫੁੱਟ ਤੇ ਲਾਏ ਆ, ਦੇਖੋ ਨਾ 24 25 ਫੁੱਟ ਤੇ 24 ਫੁੱਟ ਤੇ। ਹਾਂ ਜੀ 24 25 ਫੁੱਟ ਤੇ ਲਾਏ ਨੇ। ਇਹ ਮੇਰੇ ਤਕਰੀਬਨ 1 ਏਕੜ ਦੇ ਵਿੱਚ ਮੇਰੇ ਕੋਈ ਤਕਰੀਬਨ ਨਾ ਇਹ 50 ਤੋਂ 60 ਪੌਦੇ 1 ਏਕੜ ਵਿੱਚ ਆ ਗਏ ਆ। ਜਿਸ ਵਕਤ ਇਹ ਪੌਦੇ ਆਪਸ ਵਿੱਚ ਜੁੜਨ ਦੀ ਕੋਸ਼ਿਸ਼ ਕਰਨਗੇ ਨਾ, ਫਰਜ਼ ਕਰੋ ਵੱਡੇ ਹੋ ਜਾਂਦੇ ਆ ਆਪਸ ਵਿੱਚ ਜੁੜਦੇ ਆ, ਉਸ ਵਕਤ ਅਸੀਂ ਇਹਦੀ ਕਟਾਈ ਕਰਾਂਗੇ। ਅਸੀਂ ਇਹਨਾਂ ਨੂੰ 2-2 ਫੁੱਟ ਵਿੱਚ ਨਾ ਫਾਸਲਾ ਰੱਖ ਕੇ ਇਹਦੀ ਕਟਾਈ ਕਰ ਦਿਆਂਗੇ। ਇਹਨਾਂ ਨੂੰ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਜੁੜਨ ਵੀ ਨਹੀਂ ਦੇਣਾ ਤੇ ਅਸੀਂ ਜਗ੍ਹਾ ਵੀ ਖਾਲੀ ਨਹੀਂ ਰਹਿਣ ਦੇਣੀ। ਤੇ ਫਿਰ ਉਹਦਾ ਫਿਰ ਅਸੀਂ ਇਹਦਾ ਜਿੱਥੇ ਅਸੀਂ 40 ਫੁੱਟ ਦੇ ਹਿਸਾਬ ਨਾਲ 16 ਪੌਦੇ ਲਾਣੇ ਕਿੱਲੇ 'ਚ, ਮੈਂ 50 ਪੌਦੇ ਤਿਆਰ ਕਰਕੇ ਇਹਨਾਂ ਤੋਂ ਉਹ ਤਿਗਣੀ ਚੌਗਣੀ ਮੈਂ ਇਨਕਮ ਇਹਨਾਂ ਤੋਂ ਹਾਸਲ ਕਰਾਂਗਾ। ਸਭ ਤੋਂ ਵੱਡੀ ਫਾਇਦੇ ਵਾਲੀ ਮੇਰਾ ਖਿਆਲ ਹੈ ਅਗਰ 24 ਫੁੱਟ ਤੇ ਤੁਸੀਂ ਲਾਓ ਤੇ ਮੇਰਾ ਖਿਆਲ 70 ਤੋਂ 72 ਲੱਗ ਜਾਣੇ ਆ ਪੌਦੇ ਕਿੱਲੇ 'ਚ। ਹਾਂ 24 ਫੁੱਟ ਤੇ ਲਾਈਏ ਫਿਰ ਤਾਂ 50 60 65 62 64 ਬੂਟੇ ਲੱਗ ਸਕਦੇ ਆ। ਤੇ ਇਹ ਜਿਹੜਾ ਪੌਦੇ ਨੇ ਇਹਨਾਂ ਦੀ ਉਮਰ ਤਕਰੀਬਨ 3 ਤੋਂ 4 ਸਾਲ ਹੋ ਗਈ ਹੈ। ਸਾਰੇ ਕਲਮੀ ਨੇ ਮੇਰੇ ਆਪਣੇ ਹੱਥਾਂ ਦੇ ਕਲਮ ਕੀਤੇ ਹੋਏ ਨੇ। ਇਹਨਾਂ ਨੂੰ ਹੁਣ 15 20 ਸਿਰ ਮਣ ਅੰਬ ਵੀ ਲੱਗਦੇ ਆ। ਅੱਛਾ। ਤੇ ਹੁਣ ਅਸੀਂ ਕਿਵੇਂ ਨਾ ਸੰਘਣੇ ਲਾਏ ਨੇ ਤੇ ਵਿੱਚ ਫਸਲ ਵੀ ਖੜੀ ਆ, ਤੇ ਹੁਣ ਇਹਨਾਂ ਨੂੰ ਆਪਸ ਚ ਜੋੜਨ ਲੱਗਿਆ ਕੋਈ 10 ਸਾਲ ਲੱਗ ਜਾਣੇ ਆ, ਕਿਉਂਕਿ ਇਹਨਾਂ ਵਿੱਚ 10 15 20 ਫੁੱਟ ਦਾ ਫਾਸਲਾ ਖਾਲੀ ਮੌਜੂਦ ਆ। ਤੇ 15 20 ਸਾਲ ਤਾਂ ਅਸੀਂ ਉਹਨਾਂ ਪੌਦਿਆਂ ਦੀ ਤਾਦਾਦ ਵਧਾ ਕੇ ਫਸਲ ਆਪਣੇ ਫਾਇਦਾ ਉਠਾ ਸਕਦੇ ਆ ਨਾ। ਜਿਸ ਵਕਤ ਇਹ ਪੌਦੇ ਜੁੜਨ ਲੱਗਣਗੇ ਅਸੀਂ ਇਹਨਾਂ ਨੂੰ ਸਾਈਡਾਂ ਤੋਂ ਥੋੜੇ ਕੱਟ ਕੇ ਤੇ ਇਹਨਾਂ ਨੂੰ ਪਿੱਛੇ ਇੱਕ ਦੂਜੇ ਤੋਂ ਪਿੱਛੇ ਰੱਖਾਂਗੇ ਤਾਂ ਕਿ ਉੱਪਰ ਨੂੰ ਜਾਣ, ਆਪਸ ਚ ਨਾ ਜੋੜਨ। ਫਰਜ਼ ਕਰੋ ਕੋਈ 4 ਟਾਹਣੀਆਂ ਇੱਕ ਦੂਸਰੇ ਨੂੰ ਲੱਗ ਵੀ ਜਾਂਦੀਆਂ, ਕੋਈ ਐਸੀ ਗੱਲ ਨਹੀਂ। ਇਹ ਇਹਨਾਂ ਦਾ ਆਪਸ ਚ ਬੜਾ ਕੰਪਰੋਮਾਈਜ਼ ਹੁੰਦਾ ਕਿ ਫਲਦਾਰ ਪੌਦਾ ਫਲਦਾਰ ਦੀ ਹਮਾਇਤ ਕਰਦਾ। ਅਗਰ ਜੇ ਤੁਸੀਂ ਇਹਦੇ ਕਿਤੇ ਤਜਰਬਾ ਕਰਨਾ ਹੋਵੇ, ਫਲਦਾਰ ਪੌਦੇ ਨਾਲ ਅਗਰ ਜੁੜ ਵੀ ਜਾਵੇ ਤੇ ਫਲ ਦੇ ਵਿੱਚ ਅਸਰ ਨਹੀਂ ਪੈਂਦਾ। ਅਗਰ ਤੁਸੀਂ ਇਹਦੇ ਸੂਰਜ ਵਾਲੇ ਪਾਸੇ ਇੱਕ ਟਾਹਲੀ ਦਾ ਦਰਖਤ ਖੜਾ ਕਰ ਦਿਓ ਤੇ ਅੰਬ ਦੀ ਉਧਰੋਂ ਗਰੋਥ ਰੁਕ ਜਾਏਗੀ ਬਿਲਕੁਲ, ਇਹ ਦੂਜੇ ਸਾਈਡ ਨੂੰ ਜਿਹੜੀ ਗਰੋਥ ਲੈ ਜਾਏਗਾ, ਅੰਬ ਦਾ ਪੌਦਾ ਟੇਢਾ ਹੋ ਜਾਏਗਾ, ਬਲਕਿ ਪਾਸਾ ਹੀ ਉਹਦਾ ਮਾਰਿਆ ਜਾਂਦਾ। ਤੇ ਇਸ ਕਰਕੇ ਫਲਦਾਰ ਜਿਹੜਾ ਗਰੁੱਪ ਆ ਇਹ ਪੌਦਾ ਇਹ ਆਪਸ ਵਿੱਚ ਦੋਸਤੀ ਰੱਖਦਾ। ਅਗਰ ਇਹਦੇ ਨਾਲ ਕੋਈ ਅਸੀਂ ਹੋਰ ਦਰਖਤ ਕੋਈ ਹੋਰ ਲਾ ਦਈਏ ਉਹ ਇਹਦੇ ਵਾਸਤੇ ਬਹੁਤ ਨੁਕਸਾਨਦੇਹ ਹੈਗਾ, ਇਹਨੂੰ ਸਾਇਆ ਬਹੁਤ ਅਸਰ ਕਰਦਾ। ਮਾਸ਼ਾਅੱਲਾ ਤੁਹਾਡੇ ਬਾਗ 'ਚ ਅੱਜ ਵਪਾਰੀ ਵੀ ਮੌਜੂਦ ਆ ਤੇ ਅਮੂਮਨ ਜਿਹੜੇ ਤੁਸੀਂ ਇਹ 24 ਫੁੱਟ ਤੇ ਪੌਦੇ ਲਾ ਕੇ ਤਿਆਰ ਕਰ ਲੈਣੇ ਆ ਤੇ ਵਪਾਰੀ ਕਿੰਨੇ ਲੱਖ ਦਾ ਤੁਹਾਡੇ ਕੋਲ ਕਿੱਲਾ ਲੈ ਸਕਦਾ? ਇਹ ਮੇਰਾ ਦੋਸਤ ਆ, ਇਹਨੂੰ ਭਾਵੇਂ ਤੁਸੀਂ ਮੇਰਾ ਡਿਗਰੀ ਯਾਰ ਕਹਿ ਲਓ। ਤੇ ਪਿਛਲੇ ਸਾਲ ਵੀ ਮੈਂ ਅੰਬ ਸਾਰਾ ਆਪਣੇ ਇਸ ਦੋਸਤ ਨੂੰ ਫਰੋਖਤ ਕੀਤਾ ਤੇ ਇਹਨੇ ਬੜੇ ਅੰਬਾਂ ਦੀ ਪਹਿਲੇ ਤਾਂ ਇਹਨੇ ਅੰਬਾਂ ਦੀ ਸੋਕ ਜਿਹੜੀ ਵਿੱਚ ਸਾਰੀ ਤੋੜੀ, ਸੋਕ ਤੋੜ ਕੇ ਤੇ ਇਹਨੂੰ ਆਪਣੇ ਸਪਰੇਅ ਕੀਤੀ, ਇਹਨੂੰ ਭਰਪੂਰ ਇਹਨੇ ਪੈਦਾਵਾਰ ਹਾਸਲ ਕੀਤੀ। ਹਨੇਰੀਆਂ ਵੀ ਆਈਆਂ। ਹਨੇਰੀਆਂ ਦਾ ਤਾਂ ਅੰਬ ਦਾ ਇਹ ਚੋਲੀ ਦਾਮਨ ਦਾ ਸਾਥ ਹੈ। ਸਿਆਣੇ ਕਹਿੰਦੇ ਆ ਜਿੱਥੇ ਹਨੇਰੀਆਂ ਨਹੀਂ ਉੱਥੇ ਅੰਬ ਨਹੀਂ। ਹਨੇਰੀਆਂ ਵੀ ਨਾਲ ਚੱਲ ਜਾਂਦੀਆਂ, ਅੰਬ ਕਿਰ ਵੀ ਜਾਂਦੇ ਆ। ਅੱਲਾਹ ਤਾਲਾ ਨੇ ਇਹਦੇ ਚ ਬਰਕਤ ਨਹੀਂ ਪਾਈ ਆ ਕਿ ਛੋਟਾ ਅੰਬ ਜੇ ਅਗਰ ਜ਼ਿਆਦਾ ਤਾਦਾਦ ਚ ਫਲ ਚੱਕ ਲਵੇ, ਅਗਰ ਉਹ ਸਾਰਾ ਫਲ ਚੱਕ ਲਵੇ ਪੌਦਾ ਬਰਦਾਸ਼ਤ ਨਹੀਂ ਕਰ ਸਕਦਾ। ਇਹ ਕੁਦਰਤ ਨੇ ਇੱਕ ਨਿਜ਼ਾਮ ਬਣਾਇਆ ਕਿ ਜਿੰਨੀ ਚਾਦਰ ਹੋਵੇ ਓਨੇ ਪੈਰ ਫੜਾਓ, ਜਿੰਨਾ ਵਜੂਦ ਹੋਵੇ ਓਨਾ ਭਾਰ ਪਾਓ। ਫਿਰ ਅੱਲਾਹ ਤਾਲਾ ਫਿਰ ਨਾ ਆਪਣੇ ਇੱਕ ਨਿਜ਼ਾਮ ਦੇ ਤਹਿਤ ਇਹਨੂੰ ਛੰਡ ਮਾਰਦਾ, ਛੰਡ ਮਾਰ ਕੇ ਉਹਨਾਂ ਕੁ ਫਾਲੀ ਪੌਦੇ ਤੇ ਰੱਖਦਾ ਜਿੰਨੀ ਕੁ ਉਹਦੇ ਚ ਬਰਦਾਸ਼ਤ ਕਰਨ ਦੀ ਸਖਤ ਹੈਗੀ ਆ। ਉਦੋਂ ਮਾਲੂਮ ਹੁੰਦਾ ਕਿ ਸਾਡੇ ਖਾਲੇ ਸਾਰੇ ਜਿਹੜੇ ਨੇ ਖੇਤ ਸਾਰੇ ਨੇ ਇਹ ਅੰਬ ਡਿੱਗ ਕੇ ਭਰ ਗਏ ਨੇ, ਉੱਤੇ ਕੁਛ ਵੀ ਨਹੀਂ ਰਿਹਾ। ਜਦੋਂ 15-20 ਦਿਨ ਤੋਂ ਬਾਅਦ ਜਿਹੜੇ ਬਚੇ ਖੁਚੇ ਅੰਬ ਹੁੰਦੇ ਨੇ ਉਹ ਮੋਟੇ ਹੋ ਜਾਂਦੇ ਨੇ ਤੇ ਮਾਲੂਮ ਹੁੰਦਾ ਇੱਥੇ ਅੰਬ ਥੱਲੇ ਡਿੱਗਾ ਹੀ ਕੋਈ ਨਹੀਂ। ਉਹਨੇ ਫਿਰ ਤਿਆਰ ਹੋ ਜਾਂਦੇ ਨੇ, ਹਨੇਰੀ ਫਿਰ ਆਉਂਦੀ ਆ, ਉਹਦੇ ਬਰੀਕ ਛੋਟੇ ਮੋਟੇ ਅੰਬ ਹੁੰਦੇ ਅੰਬਿਆਂ ਦੀ ਸ਼ਕਲ, ਉਹ ਫਿਰ ਘਿਰ ਜਾਂਦੇ ਆ। ਅਸੀਂ ਫਿਰ ਪਰੇਸ਼ਾਨ ਹੋ ਜਾਂਦੇ ਯਾਰ ਇਹ ਹੋਰ ਹੁੰਦੀ, ਫਿਰ ਨੁਕਸਾਨ ਹੋ ਗਿਆ। ਜਦੋਂ 15-20 ਦਿਨ ਤੋਂ ਬਾਅਦ ਜਿਹੜੇ ਆਦਤ ਪਾ ਦੀ ਅੰਬੀ ਆ ਉਹ ਅੱਧਾ ਕਿਲੋ ਦੀ ਹੋ ਜਾਂਦੀ ਆ, ਬੂਟਾ ਫਿਰ ਭਰ ਜਾਂਦਾ। ਕਿਉਂਕਿ ਸਾਲ ਦੀ ਫਸਲ ਆ 4-5 ਲੱਖ ਰੁਪਏ ਤਾਂ ਇਨਸ਼ਾਅੱਲਾ ਕਿਸਾਨ ਨੂੰ ਮਿਲਦਾ ਹੋਇਆ। ਹਾਂ ਇਨਸ਼ਾਅੱਲਾ ਜੇ ਫਲ ਚੰਗਾ ਸੁਥਰਾ ਮਗਰ ਨਾਲ ਪੂਰੀ ਭਰਪੂਰ ਮਿਹਨਤ ਕਰ ਲਵੇ ਨਾ, ਇਹ ਤਕਰੀਬਨ 2 ਲੱਖ ਨੂੰ ਏਕੜ ਈਜ਼ੀਲੀ ਕਿਸਾਨ ਇਹ ਤੋਂ ਇਨਕਮ ਹਾਸਲ ਕਰ ਸਕਦਾ। ਅੱਛਾ 2 ਲੱਖ ਰੁਪਏ? ਹਾਂ 2 ਲੱਖ ਰੁਪਏ ਪਰ ਏਕੜ ਦੇ ਵਿੱਚ ਆਪਦਾ ਚਾਰਾ ਵੀ ਕਾਸ਼ਤ ਕਰ ਰਿਹਾ। ਫਸਲ ਖੜੀ ਆ, ਇਹ ਸਾਡੇ ਮਵੇਸ਼ੀਆਂ ਦੇ ਕੰਮ ਆਉਂਦੀ ਆ, ਮਾਲ ਡੰਗਰੇ ਰੱਖਿਆ ਆਪਣੀ ਗੁੰਜਾਇਸ਼ ਦੇ ਮੁਤਾਬਕ। ਤੇ ਬਾਕੀ ਆ ਦੋਸਤ ਹੈ ਹੁਣ ਫਲ ਜਿਹੜਾ ਚੂਨਾ ਸਾਰਾ ਮੇਰੇ ਦੋਸਤ ਨੇ ਕੀਤਾ। ਕਲਮਾਂ ਦਾ ਜਿਹੜਾ ਫਨ ਆ ਉਹ ਮੇਰੇ ਕੋਲ ਆ, ਮੇਰੇ ਦੋਸਤ ਕੋਲ ਨਹੀਂ। ਜਿਹੜਾ ਮਿਹਨਤ ਵਾਲਾ ਕੰਮ ਆ ਉਹ ਮੇਰਾ ਦੋਸਤ ਕਰ ਦਿੰਦਾ ਤੇ ਕਲਮਾ ਸ਼ਲਮਾਂ ਵਾਲਾ ਕੰਮ ਜਿਹੜਾ ਮੈਂ ਆਪ ਕਰ ਲੈਂਦਾ। ਅੱਛਾ ਸਰ, ਇਸ ਵਕਤ ਤੁਹਾਡੇ ਬਾਗ ਦੇ ਵਿੱਚ ਕਿੰਨੀਆਂ ਕਿਸਮਾਂ ਵਾ ਇਹ ਅੰਬ ਦੀਆਂ? ਅੰਬ ਦੀਆਂ ਮੇਰੇ ਬਾਗ 'ਚ 6 ਤੋਂ 7 ਕਿਸਮ ਦੇ ਅੰਬ ਹੈ। ਕਿਹੜੀਆਂ? ਸਿੰਧੜੀ ਆ, ਚੌਂਸਾ, ਅਨਵਰ ਟੋਰ ਆ, ਦਸਹਿਰੀ ਆ, ਫਜਰੀ ਆ, ਲੰਗੜਾ
ਤੇ ਇੱਕ ਦੋ ਪੌਦੇ ਮਦਦ ਦੀ ਗੱਲ ਤੁਹਾਨੂੰ ਦੱਸਾਂ ਕਿ ਇੱਕ ਦੋ ਪੌਦੇ ਜਿਹੜੇ ਨੇ ਉਹ ਮੈਂ ਆਪਣੇ ਸ਼ੌਕ ਵਾਸਤੇ ਆੜਾ ਪੌਦਾ ਵਾ ਇਹਨੂੰ ਕਾਠਾ ਰੱਖਿਆ। ਅੱਛਾ, ਕਾਠਾ ਰੱਖਿਆ। ਹਾਂ, ਬਾਕੀ ਸਾਰੇ ਪਿਉਂਦੀ ਆ। ਮੈਂ ਪੌਦਾ ਆਪਣੇ ਸ਼ੌਕ ਵਾਸਤੇ ਕਾਠਾ ਰੱਖਿਆ। ਇਹਨੇ ਪਿਛਲੇ ਸਾਲ ਇਹਨੂੰ 20 ਸਰੰਬ ਲੱਗੇ ਸੀ। ਇਹਨੂੰ ਪਹਿਲੇ ਚੈੱਕ ਕੀਤਾ ਕਿ ਆ ਕਿ ਕਾਠਾ ਪੌਦਾ ਰੱਖਣ ਦੇ ਕਾਬਿਲ ਵੀ ਆ ਕਿ ਨਹੀਂ। ਯਕੀਨ ਕਰੋ, ਇਹ ਕਾਠਾ ਪੌਦਾ ਰੱਖਿਆ, ਇਹਦੇ ਅੰਬ ਇੰਨੀ ਮਿਠਾਸ ਤੇ ਇੰਨੇ ਜ਼ਾਇਕੇਦਾਰ ਆ ਕਿ ਮੇਰਾ ਦੋਸਤ ਕਹਿੰਦਾ ਵੀ ਉਸਤਾਦ ਜੀ ਇਹ ਪੌਦਾ ਨਹੀਂ ਕੱਟਣਾ, ਜਿਵੇਂ ਉਹ ਤੁਹਾਨੂੰ ਪਿੱਛੇ ਦਿਖਾਇਆ ਉਹ ਪੌਦਾ। ਮੈਂ ਕਿਹਾ ਇਹਨੂੰ ਨਾ ਆਰੀ ਨਾਲ ਕੱਟ, ਇਹ ਕਾਠਾ ਰਹਿ ਗਿਆ। ਤੇ ਆ ਮੇਰਾ ਦੋਸਤ ਕਹਿੰਦਾ ਨਹੀਂ ਉਸਤਾਦ ਜੀ ਇਹਦੀ ਕਦਰ ਮੈਂ ਜਾਣਦਾ। ਇਹਦੇ ਅੰਬ ਮੈਂ ਪਿਛਲੇ ਸਾਲ ਤੋੜੇ ਆ। ਯਕੀਨ ਕਰੋ, ਇਹਦੇ ਵਿੱਚ ਸਾਰੇ ਅੰਬਾਂ ਦੀ ਖੁਸ਼ਬੂ ਪਾਈ ਜਾਂਦੀ ਆ। ਇਹ ਪੌਦਾ ਤੁਹਾਨੂੰ ਮੈਂ ਨਹੀਂ ਕੱਟਣ ਦੇਣਾ। ਇਹ ਮੈਂ ਸੈਂਪਲ ਤੌਰ ਤੇ ਆਪਣੇ ਇਸ ਦੋਸਤ ਦੀ ਫਰਮਾਇਸ਼ ਉੱਤੇ ਇਸ ਪੌਦੇ ਨੂੰ ਕਾਠਾ ਰੱਖਿਆ। ਕਹਿੰਦਾ ਵੀ ਇਸ ਪੌਦੇ ਵਿੱਚ ਸਾਰੇ ਅੰਬਾਂ ਦੀ ਖੁਸ਼ਬੂ ਆ। ਸਿੰਧੜੀ, ਚੌਂਸਾ, ਅਨਮਰਟੋਲ, ਦੁਸ਼ਹਿਰੀ, ਫਜਰੀ ਹੈ ਦੇਸੀ ਆ। ਤੇ ਲੇਕਿਨ ਕਹਿ ਲਓ ਕਿ ਵੀ ਇਹ ਕਲਮੀ ਅੰਬ ਦੇ ਵੀ ਨਾ ਇਹ ਉਹ ਤੋਂ ਵੀ ਘੱਟ ਨਹੀਂ ਹੈਗਾ। ਸਿਰ ਚ ਮਾਰਦਾ। ਇਹ ਮੈਂ ਇਸ ਦੋਸਤ ਦੀ ਫਰਮਾਇਸ਼ ਤੇ ਇਹਨੂੰ ਕਾਠਾ ਰੱਖਿਆ। ਸਿਆਣੇ ਕਹਿੰਦੇ ਆ ਕਿ ਜਿਹੜਾ ਕਲਮੀ ਠੀਕ ਕਲਮੀ ਆ, ਪੈਦਾਵਾਰ ਇਨਕਮ ਪੈਸੇ ਬਹੁਤ ਉਹੀ ਦਿੰਦਾ। ਲੇਕਿਨ ਅਗਰ ਜਿਹਨੇ ਕਾਠਾ ਅੰਬ ਨਹੀਂ ਖਾਧਾ ਉਹਨੇ ਵੀ ਅੰਬ ਦਾ ਪੂਰਾ ਸਵਾਦ ਨਹੀਂ ਲਿਆ। ਅੱਛਾ ਉਸਤਾਦ ਜੀ, ਇਹ ਜਿਹੜੇ ਕਲਮੀ ਅੰਬ ਆ ਇਹਨਾਂ ਚੋਂ ਅਵਲ ਕਿਸਮ ਦਾ ਜ਼ਾਇਕਾ ਕਿਹਦਾ ਅੱਛਾ ਵਾ? ਸਭ ਤੋਂ ਪਹਿਲੇ ਤਾਂ ਜਿਹੜਾ ਕਲਮੀ ਅੰਬਾਂ ਦਾ ਜਿਹੜਾ ਨਾ ਅੰਬ ਤਾਂ ਵੈਸੇ ਵੀ ਫਲਾਂ ਦਾ ਬਾਦਸ਼ਾਹ। ਅਸੀਂ ਹੁਣ ਕਿਹੜੀ ਅੰਬ ਦੀ ਕੁਆਲਿਟੀ ਉੱਤੇ ਉਂਗਲ ਰੱਖੀਏ? ਇਹ ਤਾਂ ਅੰਬ ਦੀ ਤੋਹੀਨ ਕਰਨ ਦੇ ਮੁਤਰਾਦਫ ਆ। ਤੇ ਲੇਕਿਨ ਫਿਰ ਵੀ ਅਸੀਂ ਇਹਨਾਂ ਦੇ ਥੋੜੀ ਜਿਹੀ ਵੰਡ ਤਾਂ ਕਰਦੇ ਆ ਨਾ ਕਿ ਪੰਜੇ ਉਂਗਲਾਂ ਇੱਕੋ ਜਿਹੀ ਤਾਂ ਨਹੀਂ ਹੁੰਦੀਆਂ। ਤੇ ਸਭ ਤੋਂ ਅੱਛਾ ਜੇ ਕਿਸੇ ਨੇ ਅੰਬ ਨੂੰ ਅੰਬ ਸਮਝ ਕੇ ਖਾਣਾ ਤੇ ਅਨਵਰ ਟੋਰ ਦੀ ਕਿਆਈ ਬਾਤ। ਅਨਵਰ ਟੋਰ। ਅੱਛਾ ਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਨਵਾਬਪੁਰੀ ਚੌਂਸਾ ਜਾਂ ਚੌਂਸੇ ਦੀਆਂ ਹੋਰ ਵੀ ਬੜੀ ਸਾਰੀਆਂ ਕਿਸਮਾਂ। ਉਸ ਤੋਂ ਬਾਅਦ ਨੰਬਰ ਆ ਚੌਂਸੇ ਦਾ। ਸੁਬਾਹ ਨੂੰ ਬੰਦਾ ਦੋ ਅੰਬ ਖਾ ਲਵੇ ਤੇ ਸ਼ਾਮ ਤੱਕ ਫਿਰ ਨਾ ਡਕਾਰ ਅੰਬ ਦੇ ਆਉਂਦੇ ਰਹਿੰਦੇ। ਜਿਹੜਾ ਹੈਗਾ ਸਿੰਧੜੀ ਆ, ਇਹ ਹੈਗਾ ਵਾ ਇਹ ਕਿਉਂਕਿ ਇਹਨੂੰ ਅਸੀਂ ਢੀਠ ਅੰਬ ਕਹਿੰਦੇ ਆ ਕਿ ਇਹਦੀ ਲਾਗਤ ਬਹੁਤ ਲੱਗਦੀ ਆ ਤੇ ਇਹ ਜੂਸ ਦੇ ਕੰਮ ਆਉਂਦਾ। ਇਹਨੂੰ ਖਾਧਾ ਘੱਟ ਜਾਂਦਾ, ਜੂਸ ਬਹੁਤਾ ਬਣਾਇਆ ਜਾਂਦਾ। ਲੇਕਿਨ ਜਿੱਥੇ ਇਹ ਜੂਸ ਬਣਾਉਂਦਾ ਉੱਥੇ ਬਾਕੀ ਅੰਬ ਜੂਸ ਨਹੀਂ ਬਣਾਉਂਦੇ। ਸਰ, ਇੱਕ ਨਾਮ ਬੜਾ ਸੋਹਣਾ ਲੱਗਦਾ ਵਾ, ਲੇਕਿਨ ਖਾਣ ਦੇ ਵਿੱਚ ਮੈਨੂੰ ਨਹੀਂ ਪਤਾ ਉਹ ਕਿੱਦਾਂ ਦਾ। ਉਹਦਾ ਨਾਂ ਹੈਗਾ ਵਾ ਤੋਤਾਪਰੀ। ਉਹ ਕੀ ਚੀਜ਼ ਹੈ? ਤੋਤਾਪਰੀ ਰੇਹੜੀਆਂ ਉੱਤੇ ਪੈ ਤਾਂ ਬੜੇ ਫੱਬਦੇ ਆ। ਬੜੀਆਂ ਚੂਹੀਆਂ ਉਹਨਾਂ ਦੇ ਤੋਤੇ ਵਰਗੀਆਂ ਹਰੀਆਂ ਹੁੰਦੀਆਂ। ਅੰਬ ਖੱਟਾ ਹੁੰਦਾ, ਚੁੰਝ ਉਹਦੀ ਹਰੀ ਗਾਨੀ ਤੋਤੇ ਵਰਗੀ ਹੁੰਦੀ ਆ। ਤੇ ਰੇਹੜੀਆਂ ਤੇ ਅਸੀਂ ਵੀ ਪੈ ਬੜੇ ਵੇਖਦੇ ਆ, ਖਾਧੇ ਵੀ ਆ। ਲੇਕਿਨ ਉਹ ਸ਼ਕਲੋ ਸੂਰਤ ਦੇ ਹਿਸਾਬ ਨਾਲ ਤਾਂ ਉਹ ਮਾਲੂਮ ਹੁੰਦਾ ਕਿ ਰੇਹੜੀ ਤੋਂ ਅੰਬ 5 ਕਿਲੋ ਘਰ ਲੈ ਜਾਣੇ ਚਾਹੀਦੇ ਆ। ਲੇਕਿਨ ਜਿਹੜੀ ਅਗਰ ਕੁਆਲਿਟੀ ਗਈ ਆ ਨਾ, ਕੁਆਲਿਟੀ ਜਾਂ ਕਹਿ ਲਓ ਕਿ ਵੀ ਜ਼ਾਇਕੇ ਦਾ ਇੱਕ ਮੁਨਫਰਦ ਅੰਦਾਜ਼, ਉਹ ਜਿਹੜਾ ਵਾ ਉਹ ਸਮਝ ਨਹੀਂ ਪਾਇਆ ਜਾਂਦਾ। ਅੱਲਾਹ ਤਾਲਾ ਨੇ ਸਾਰੀਆਂ ਖੂਬੀਆਂ ਹਰ ਜਗ੍ਹਾ ਨਹੀਂ ਰੱਖੀਆਂ। ਜਿਹਨੂੰ ਹੁਸਨ ਦਿੱਤਾ ਉਹਦੇ ਵਿੱਚ ਖਾਮੀ ਵੀ ਕੋਈ ਨਾ ਕੋਈ ਜ਼ਰੂਰ ਰੱਖੀ ਆ। ਤੇ ਤੋਤਾਪਰੀ ਅੰਬ ਵੇਖਣ ਨੂੰ ਤਾਂ ਇਦਾਂ ਮਾਲੂਮ ਹੁੰਦਾ ਵੀ ਜਿਵੇਂ ਇਸ ਰੇਹੜੀ ਉੱਤੇ ਤੋਤਿਆਂ ਦਾ ਇੱਕ ਗੁਲਸ਼ਨ ਆ ਕੇ ਬਹਿ ਗਿਆ। ਤੇ ਲੇਕਿਨ ਜਿਸ ਵਕਤ ਅਸੀਂ ਅੰਬ ਦੀ ਕੁਆਲਿਟੀ ਦੇ ਵਿੱਚ ਅਸੀਂ ਜਦੋਂ ਇਹਨਾਂ ਦੀ ਵੰਡ ਕਰਦੇ ਆ, ਫਿਰ ਅਨਵਰ ਟੋਰ ਤੇ ਚੌਂਸੇ ਦਾ ਮੁਕਾਬਲਾ ਕੋਈ ਅੰਬ ਨਹੀਂ ਕਰ ਸਕਦਾ। ਅੱਛਾ ਸਰ ਜੀ, ਤੁਸੀਂ ਇੰਨੀ ਮਿਹਨਤ ਕੀਤੀ ਆ, 40 ਸਾਲ ਮਾਸ਼ਾਅੱਲਾ 30 ਸਾਲ ਤੁਹਾਡੀ ਸਰਵਿਸ ਹੋ ਗਈ ਆ, ਤੁਹਾਨੂੰ ਇਰੀਗੇਸ਼ਨ ਡਿਪਾਰਟਮੈਂਟ ਨੇ ਪਾਣੀ ਨਹੀਂ ਦਿੱਤਾ ਬਾਗ ਦਾ? ਇਹ ਯਾਰ ਇੱਕ ਨਾ ਬਹੁਤ ਦੁੱਖ ਭਰੀ ਦਾਸਤਾਨ ਨੂੰ ਤੂੰ ਛੇੜਿਆ। ਦਿਲ ਤਾਂ ਨਹੀਂ ਕਰਦਾ ਕਿ ਤੇ ਮੈਂ ਕੋਈ ਕਮੈਂਟਸ ਕਰਾਂ, ਲੇਕਿਨ ਆਪਦਾ ਦੁੱਖੜਾ ਫੋਲਣਾ ਚਾਹੀਦਾ। ਸ਼ਾਇਦ ਕੋਈ ਸਾਡੇ ਕੋਈ ਜਿਹੜੇ ਹੈਗੇ ਨੇ ਅਫਸਰਾਨੇ ਬਾਲਾ, ਉਹ ਸਾਡੀ ਇਸ ਮਿਹਨਤ ਨੂੰ ਵੇਖਦੇ ਹੋਇਆ ਸਾਡੇ ਤੇ ਕੋਈ ਮਿਹਰਬਾਨੀ ਕਰਨ ਤੇ ਕੋਈ ਸ਼ਫਕਤ ਦਾ ਹੱਥ ਸਾਡੇ ਸਿਰ ਤੇ ਰੱਖਣ। ਸਰ, ਮੈਂ ਦੇਖਿਆ ਕਿ ਤੁਹਾਡੇ ਨੀਚੇ ਵਾਲੇ ਪਾਣੀ ਕੜਵੇ ਆ, ਤੁਸੀਂ ਸਰ ਜੀ ਘੜਿਆਂ ਦੇ ਜ਼ਰੀਏ ਵੀ ਪਾਣੀ ਪਾਇਆ ਕਰਦਾ ਇਹਦੇ ਬਾਰੇ ਕਿ ਜਿਹੜਾ ਸਾਡਾ ਇਸ ਜ਼ੇਰੇ ਜ਼ਮੀਨ ਪਾਣੀ ਆ ਨਾ, ਇੱਕ ਕੌੜਾ। ਅਸੀਂ ਟਿਊਬਵੈਲ ਨਹੀਂ ਲਾ ਸਕਦੇ। ਅਗਰ ਸਾਨੂੰ ਕੋਈ ਟਿਊਬਵੈਲ ਅਸੀਂ ਲਾਈਏ ਤਾਂ ਅਸੀਂ 2-4 ਸਾਲ ਤੋਂ ਬਾਅਦ ਇਹਨਾਂ ਅੰਬਾਂ ਤੋਂ ਮਹਿਰੂਮ ਹੋ ਜਾਵਾਂਗੇ। ਮੇਰੀ 40 ਸਾਲ ਦੀ ਮਿਹਨਤ ਆ, ਅਗਰ ਮੈਂ ਇਹਨੂੰ ਟਿਊਬਵੈਲ ਦਾ ਪਾਣੀ ਲਾ ਦਾਂਗਾ ਨਾ 2-3-4 ਸਾਲ, ਇਹ ਉਤੋਂ ਇਹਦੇ ਉੱਪਰੋਂ ਸੁੱਕਣਾ ਸ਼ੁਰੂ ਹੋ ਜਾਏਗਾ। ਕਿਉਂਕਿ ਪਾਣੀ ਨੇ ਜੜ ਮੁਤਾਸਰ ਕਰਨੀ ਆ। ਜਿਸ ਪੌਦੇ ਦੀ ਜੜ ਮੁਤਾਸਰ ਹੁੰਦੀ ਆ ਉਹ ਪਹਿਲਾਂ ਉੱਪਰੋਂ ਕੁੰਬਲ ਸੁਕਾਉਂਦਾ, ਟੀਸੀ ਉਹਦੀ ਖੁਸ਼ਕ ਹੁੰਦੀ ਆ। ਐਸਾ ਪੌਦਾ ਜਿਹੜਾ ਨਾ ਉਹ ਆਪਣੇ ਬੁਢਾਪੇ ਵੱਲ ਜਾਂਦਿਆਂ ਉਹ ਆਖਰ ਤੇ ਪੌਦਾ ਉਹ ਬੇਕਾਰ ਤਬਾਹ ਹੋ ਜਾਂਦਾ ਹੈਗਾ। ਹੁਣ ਅੱਜ ਤੋਂ ਸਨ 85 ਤੋਂ ਪਹਿਲੇ ਦਾ ਬੈਨ ਲੱਗਾ ਤੇ ਸਨ 85 ਤੋਂ ਬਾਅਦ ਇਹ ਜਿਹੜੇ ਨੇ ਆਪਣੇ ਬਾਗਾਂ ਦੇ ਪਾਣੀ ਬੰਦ ਆ। ਲੇਕਿਨ ਜੇ ਅਸੀਂ ਹੁਣ ਹਕੂਮਤ ਦੇ ਵੀ ਹਕੂਮਤ ਦੇ ਪਾਣੀ ਦੀ ਇੰਤਜ਼ਾਰ ਕਰਕੇ ਉਧਰ ਵੇਖਦੇ ਰਹੀਏ, ਫਿਰ ਅਸੀਂ ਇਹ ਮਿੱਠੇ ਅੰਬ ਤਾਂ ਨਹੀਂ ਨਾ ਖਾ ਸਕਦੇ। ਅਸੀਂ ਇਹਦਾ ਇਤਫਾਕ ਆਪਦੇ ਮੌਸਮ ਨਾਲ ਕੀਤਾ। ਅੱਲਾਹ ਤਾਲਾ ਰਹਿਮਤ ਦੀ ਬਾਰਿਸ਼ ਪਾ ਦਿੰਦਾ। ਕੋਈ ਸਾਡੇ ਜਿਹੜੀ ਨਹਿਰੀ ਪਾਣੀ ਥੋੜਾ ਜਿਹਾ ਆਸਰਾ ਕਰ ਜਾਂਦੇ ਆ। ਕੁਝ ਜਿਹੜੇ ਛੋਟੇ ਪੌਦੇ ਨੇ ਅਸੀਂ ਉਹਨਾਂ ਨੂੰ ਪੀਪਿਆਂ ਨਾਲ, ਬਾਲਟੀਆਂ ਨਾਲ
ਡਰਮ ਰੇੜੀ ਤੇ ਰੱਖ ਕੇ ਭਰ ਕੇ ਉਹਨਾਂ ਦੇ ਮੁੱਢਾਂ ਨਾਲ ਪਾਣੀ ਪਾ ਕੇ ਤੇ ਇਹਨਾਂ ਨੂੰ ਨਾ ਥੋੜਾ ਜਿਹਾ ਵੱਡੇ ਕਰ ਲਈਦਾ। ਜਦੋਂ ਇਹ ਪੌਦੇ ਵੱਡੇ ਹੋ ਜਾਂਦੇ ਨਾ ਫਿਰ ਪਾਣੀ ਨਹੀਂ ਨਾ ਮੰਗਦੇ। ਜਿਸ ਤਰ੍ਹਾਂ ਛੋਟਾ ਬੱਚਾ ਬਾਰ-ਬਾਰ ਫੀਡਰ ਮੰਗਦਾ ਹੈ ਨਾ, ਜਿਹੜਾ ਛੋਟਾ ਪੌਦਾ ਵਾ ਇਹ ਬਾਰ-ਬਾਰ ਪਾਣੀ ਦੀ ਕਮੀ ਨੂੰ ਬਹੁਤ ਮਹਿਸੂਸ ਕਰਦਾ। ਤੇ ਜਿਸ ਵਕਤ ਪੌਦੇ ਆ ਦੇਖੋ ਨਾ ਵੱਡੇ ਹੋ ਗਏ ਆ, ਇਹਨਾਂ ਨੂੰ ਅਗਰ 2-2 ਮਹੀਨੇ ਬਾਅਦ ਇਹ ਪਾਣੀ ਲੱਗ ਜਾਵੇ ਕੋਈ ਪਰੇਸ਼ਾਨੀ ਨਹੀਂ। ਇਹਨੂੰ ਛੋਟੇ ਨੂੰ ਵੱਡਾ ਕਰਨਾ ਔਖਾ ਤੇ ਵੱਡੇ ਨੂੰ ਫਿਰ ਰੱਬ ਆਪੇ ਵੱਡਾ ਕਰ ਦਿੰਦਾ। ਫਿਰ ਉਹ ਅੱਲਾ ਦੇ ਹਵਾਲੇ ਪੌਦਾ ਹੋ ਜਾਂਦਾ। ਬਾਰਿਸ਼ ਪੈ ਜਾਂਦੀ ਸਾਉਣ ਭਾਦੋਂ ਹਮੇਸ਼ਾ ਸੁੱਕੇ ਤਾਂ ਨਹੀਂ ਲੰਘਦੇ, ਕਿਸੇ ਵਕਤ ਮੌਸਮ ਸਾਥ ਨਹੀਂ ਦਿੰਦਾ, ਲੇਕਿਨ ਵੱਡੇ ਪੌਦਿਆਂ ਨੂੰ ਪਾਣੀ ਦੀ ਅੰਬ ਦੇ ਪਾਣੀ ਨੂੰ ਕੋਈ ਏਡੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ। ਪਰੇਸ਼ਾਨੀ ਇਸ ਗੱਲ ਦੀ ਹੈ ਕਿ ਨਿੱਕੇ ਨੂੰ ਵੱਡਾ ਕਿਵੇਂ ਕਰਨਾ। ਉਹ ਫਿਰ ਅਸੀਂ ਬਾਲਟੀਆਂ ਨਾਲ, ਅਸੀਂ ਪੀਪਿਆਂ ਨਾਲ, ਡਰਮ ਦੇ ਨਾਲ ਭਰ ਕੇ ਲਿਆ ਕੇ ਨਾ ਤੇ ਪੌਦਿਆਂ ਨੂੰ ਪਾਣੀ ਪਾ ਕੇ ਨਾ ਤੇ ਇਹਨਾਂ ਦੇ ਵਿੱਚ ਨਾ ਯਾਨੀ ਇਹਨਾਂ ਨੂੰ ਬਾਹਰ ਰੱਖੀ। ਇਹ ਤਾਂ ਤੁਹਾਡੇ ਸਵਾਲ ਦਾ ਜਵਾਬ। ਲਓ ਸਰ ਜੀ, ਬਹੁਤ ਖੁਸ਼ੀ ਹੋਈ ਆ ਤੁਹਾਡੇ ਨਾਲ ਗੱਲ ਕਰਕੇ। ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ। ਮੇਰੇ ਸਬਸਕ੍ਰਾਈਬਰ ਔਰ ਮੇਰੇ ਵੀਵਰਸ, ਉਹਨਾਂ ਦੇ ਅੱਗੇ ਮੇਰੀ ਰਿਕੁਐਸਟ ਆ ਕਿ ਸਾਡੀ ਇਸ ਵੀਡੀਓ ਨੂੰ ਪੂਰਾ ਦੇਖਿਆ ਜੋ ਤੇ ਸਾਡਾ ਕਮੈਂਟ ਇਤਨਾ ਕੁ ਲੱਗੇ ਕਿ ਸਾਨੂੰ ਵੀ ਮਜ਼ਾ ਆ ਜਾਏ ਕਿ ਅਸੀਂ ਇਹ ਅੱਜ ਮਿਹਨਤ ਕੀਤੀ ਆ ਤੇ ਇਸ ਮਿਹਨਤ ਦੇ ਨਾਲ ਸਾਨੂੰ ਵੀ ਇਹ ਚੀਜ਼ ਦਾ ਕੋਈ ਆਊਟਪੁੱਟ ਮਿਲੀ ਆ, ਕੋਈ ਸਾਨੂੰ ਵੀ ਸਾਡੀ ਵੀ ਕੋਈ ਹੌਸਲਾ ਅਫਜ਼ਾਈ ਹੋਇਆ। ਇੱਕ ਸਵਾਲ ਮੇਰਾ ਆਖਰ ਤੇ ਇਹ ਹੈਗਾ ਕਿ ਅਗਰ ਸਾਡੇ ਅਫਸਰਾਂ ਨੇ ਬਾਲਾ ਅਗਰ ਇਹ ਥੋੜਾ ਜਿਹਾ ਸਾਡੇ ਹਾਲ ਤੇ ਰਹਿਮ ਕਰਨ, ਸਾਡੀ ਕੋਈ ਮਦਦ ਕਰਨ ਸਾਡੀ ਜੀ ਕਿ ਸਾਡੇ ਜਿਹੜੇ ਨੇ ਮੋਗਿਆਂ ਦੇ ਸਾਈਜ਼ ਥੋੜੇ ਜਿਹੇ ਵਧਾ ਦੇਣ। ਸਾਡੇ ਮੋਗੇ ਪਾਣੀ ਪੂਰਾ ਨਹੀਂ ਦਿੰਦੇ। ਉਹ ਉਹਨਾਂ ਨੇ ਹੁਣ ਰੀਮਾਡਲਿੰਗ ਦੇ ਵਿੱਚ ਰੀਮਾਡਲਿੰਗ 'ਚ ਆ ਕੇ ਉਹਨਾਂ ਨੇ 1-1 ਫੁੱਟ ਮਸ਼ੀਨ ਉਹਨਾਂ ਨੇ ਉੱਚੀ ਕਰ ਦਿੱਤੀ ਆ। ਅੱਧੀ ਨਹਿਰ ਹੋ ਜਾਏ ਸਾਡੀਆਂ ਮਸ਼ੀਨਾਂ ਜਿਹੜੀਆਂ ਉੱਤੋਂ ਪਾਣੀ ਦੇ ਵਿੱਚੋਂ ਨੰਗੀਆਂ ਹੋ ਜਾਂਦੀਆਂ। ਉਹ ਇੱਕ ਮੋਟਰ ਜਿੰਨਾ ਪਾਣੀ ਮੋਗੇ ਦਿੰਦੇ ਆ। ਫਿਰ ਸਾਡੇ ਬਾਗ ਜਿਹੜੇ ਖੁਸ਼ਕ ਹੋਣ ਦਾ ਬਹੁਤ ਅੰਦੇਸ਼ਾ ਰਹਿੰਦਾ। ਅਗਰ ਸਾਨੂੰ ਪਿੱਛੋਂ ਜਿੰਨੇ ਸਾਡੇ ਕਿਉਸਕ ਪਾਣੀ ਸਾਡੀਆਂ ਨਹਿਰਾਂ ਵਿੱਚ ਚਾਹੀਦਾ, ਅਗਰ ਸਾਨੂੰ ਉਹਨੇ ਕਿਉਸਕ ਵੀ ਪਾਣੀ ਪੂਰਾ ਮਿਲ ਜਾਣਾ, ਸਾਨੂੰ ਨਹੀਂ ਮਿਲਦਾ ਪਿਆ। ਫਿਰ ਸਾਡੇ ਮੋਗਿਆਂ ਵਿੱਚ ਪਾਣੀ ਪੂਰਾ ਮਿਲੇ, ਸਾਡੇ ਮੋਗੇ ਥੋੜੇ ਜਿਹੇ ਬੈੱਡ ਦੇ ਬਰਾਬਰ ਲੱਗ ਜਾਣ ਤੇ ਸਾਡੀ ਨਾ ਪਾਣੀ ਦਾ ਬਹੁਤ ਸਾਰਾ ਯਾਨੀ 50% ਮਸਲਾ ਸਾਡਾ ਹੱਲ ਹੋ ਸਕਦਾ। ਉਹਦੇ ਵਿੱਚ ਸਰ ਜੀ ਇੱਕ ਚੀਜ਼ ਮੈਂ ਵੀ ਤੁਹਾਨੂੰ ਬਰੀਫ ਕਰ ਦਿਆਂ ਕਿ ਸਾਡਾ ਸਿੰਧ ਦਾ ਜਿਹੜਾ ਨਾ ਸਾਡਾ ਹਿੱਸਾ ਸਾਰਾ ਸਿੰਧ ਲੈ ਗਿਆ ਵਾ। ਸਿੰਧ ਦੇ ਵਿੱਚ ਪਾਣੀ 70% ਆ, ਸਾਡੇ ਕੋਲ ਸਿਰਫ 30 ਤੋਂ 32% ਆ। ਲੇਕਿਨ ਅੱਜ ਅਸੀਂ ਮਜਮੂਈ ਤੌਰ 'ਤੇ ਇਹੀ ਮੁਤਾਲਬਾ ਕਰਦੇ ਹਾਂ ਕਿ ਸਾਡਾ ਪੰਜਾਬ ਦਾ ਜਿਹੜਾ ਹਿੱਸਾ ਨਾ, ਜਿਹੜਾ ਸਾਡਾ ਬਣਦਾ ਵਾ, ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ। ਜਿਹੜਾ ਸਾਡਾ ਬਣਦਾ ਉਹ ਸਾਨੂੰ ਜ਼ਰੂਰ ਦਿੱਤਾ ਜਾਵੇ। ਉਹਦੇ ਵਾਸਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗਾਈਡਲਾਈਨ ਇਹ ਦੇਣਾ ਚਾਹੁੰਦਾ ਕਿ ਸਾਡੇ ਜਿਹੜੇ ਹਕੂਮਤ ਦੇ ਅਫਸਰਾਂ ਨੇ ਬਾਲਾਂ ਨੇ, ਇੰਨਾ ਸਾਡਾ ਪਾਣੀ ਜ਼ਾਇਆ ਹੋ ਕੇ ਦਰਿਆਵਾਂ ਵਿੱਚੋਂ ਜਾ ਕੇ ਤੇ ਸਮੁੰਦਰ 'ਚ ਡਿੱਗਦਾ ਪਿਆ, ਕਿਸੇ ਕੰਮ ਨਹੀਂ ਆਉਂਦਾ। ਅਗਰ ਇਹਦੇ ਪਿੱਛੇ ਉਚਾਈ ਤੇ ਡੈਮ ਬਣਾ ਦਿੱਤੇ ਜਾਣ, ਛੋਟੇ ਡੈਮ ਬਣਾ ਦਿੱਤੇ ਜਾਣ। ਇੱਕ ਮੈਂ ਆਪਣੇ ਤੌਰ ਤੇ ਇੱਕ ਛੋਟਾ ਜਿਹਾ ਨਾ ਪੌਦਿਆਂ ਨੂੰ ਬਚਾਉਣ ਵਾਸਤੇ 2 ਕਨਾਲ 'ਚ ਇੱਕ ਡੈਮ ਬਣਾਇਆ ਸੀ ਛੋਟਾ ਜਿਹਾ। ਜਿਸ ਵਕਤ ਲੋਕਾਂ ਦਾ ਪਾਣੀ ਫਾਲਤੂ ਹੋ ਜਾਂਦਾ ਸੀ ਨਾ, ਉਹ ਮੈਂ 2 ਕਨਾਲ ਦਾ 10 ਫੁੱਟ ਗਹਿਰਾ ਤੇ 2-2.5-3 ਕਨਾਲ ਦਾ ਏਰੀਆ ਕਵਰ ਕਰਕੇ ਨਾ ਕਰੇਨ ਨਾਲ ਖੁਦਾਈ ਕਰਕੇ ਤੇ ਉਹਨੂੰ ਮੈਂ ਉਹਦੀ ਦੀਵਾਰਾਂ ਉੱਚੀਆਂ ਕਰਕੇ ਤੇ ਉਹਨੂੰ ਮੈਂ ਤਿਆਰ ਕੀਤਾ ਸੀ। ਫਿਰ ਇੱਕ ਪੀਟਰ ਲੈ ਕੇ ਇੱਕ ਮਸਨੂਈ ਪੱਖਾ ਤਿਆਰ ਕੀਤਾ। ਜਿਸ ਵਕਤ ਜ਼ਿਮੀਂਦਾਰਾਂ ਦਾ ਮਸਲਨ ਕਣਕ ਪੱਕਦੀ ਪਈ ਆ, ਹੁਣ ਕਣਕ ਨੂੰ ਇੱਕ ਪਾਣੀ ਹੋਰ ਚਾਹੀਦਾ, ਉਸ ਤੋਂ ਬਾਅਦ ਲੋਕਾਂ ਦੇ ਪਾਣੀ ਫਾਲਤੂ ਹੋ ਜਾਣੇ ਆ। ਉਹ ਮੈਂ ਲਿਆ ਕੇ ਆਪਣੇ ਉਹ 2-3 ਕਨਾਲ ਦੇ ਛੋਟੇ ਜਿਹੇ ਡੈਮ ਦੇ ਵਿੱਚ ਉਹਨੂੰ ਜ਼ਖੀਰਾ ਕਰ ਲੈਂਦਾ। ਫਿਰ ਉਹ ਇੱਕ ਪੀਟਰ ਤੇ ਪੱਖੇ ਦੀ ਮਦਦ ਨਾਲ ਜਿਸ ਵਕਤ ਪਾਣੀ ਮੈਨੂੰ ਚਾਹੀਦਾ ਹੁੰਦਾ, ਮੈਂ ਉਸ ਤਲਾਅ 'ਚ ਚੱਕ ਕੇ ਤੇ ਆਪਣੇ ਪੌਦਿਆਂ ਨੂੰ ਸਰਾਬ ਕਰ ਲੈਂਦਾ। ਜਿਸ ਵਕਤ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਉਸ ਵਕਤ ਵੀ ਮੈਨੂੰ ਪਾਣੀ ਮੋਗੇ ਦਾ ਯਾਨੀ ਜ਼ਿਆਦਾ ਬਾਰਿਸ਼ ਹੋ ਜਾਏ, ਲੋਕਾਂ ਦੀਆਂ ਵਾਰੀਆਂ ਨਹਿਰੀ ਫਾਲਤੂ ਹੋ ਜਾਂਦੀਆਂ, ਮੈਂ ਲਿਆ ਕੇ ਤੇ ਉਹ ਪਾਣੀ ਸਟੋਰ ਕਰ ਲੈਂਦਾ। ਅਗਰ ਮੈਂ ਛੋਟੇ ਪੈਮਾਨੇ ਤੇ 2-3 ਕਨਾਲ ਦਾ ਅਗਰ ਇਹ ਡੈਮ ਬਣਾ ਸਕਦਾ ਤੇ ਹਕੂਮਤ ਕੋਲ ਤਾਂ ਬੜੇ ਸੋਰਸਸ ਨੇ। ਸਰ ਜੀ ਤੁਸੀਂ 2-3 ਕਨਾਲ ਦਾ ਡੈਮ ਬਣਾ ਕੇ ਤੇ ਤੁਸੀਂ ਮਾਸ਼ਾਅੱਲਾ ਅੱਧੇ ਮਰਬੇ ਦੇ ਮਾਲਕ ਆ। ਤੁਸੀਂ ਅੱਧੇ ਮਰਬੇ ਨੂੰ ਸਰਾਬ ਕਰ ਹੀ ਰਹੇ ਹੋ। ਪਾਣੀ ਮੈਂ ਜ਼ਾਇਆ ਇੱਕ ਪਾਣੀ ਦੀ ਬੂੰਦ ਨਹੀਂ ਜ਼ਾਇਆ ਹੋਣ ਦਿੰਦਾ। ਉਹ ਮੈਂ 2-3 ਕਨਾਲ ਦੇ ਡੈਮ ਤੋਂ ਮੈਂ ਆਪਣੇ ਛੋਟੇ ਪੌਦਿਆਂ ਨੂੰ ਪੈਪ ਲਾਇਆ ਤੇ ਪੀਟਰ ਦੀ ਮਦਦ ਨਾਲ ਪਾਣੀ ਚੱਕ ਕੇ ਤੇ ਮੈਂ ਜਿਸ ਪੌਦੇ ਨੂੰ ਪਾਣੀ ਚਾਹੀਦਾ ਮੈਂ ਉੱਥੇ ਪੈਪ ਲੈ ਜਾਂਦਾ ਤੇ ਮੈਂ ਉਸ ਪੌਦੇ ਦਾ ਗਮਲਾ ਜਾਂ ਦੌਰ ਭਰ ਕੇ ਫਿਰ ਮੈਂ ਅਗਲੇ ਨੂੰ ਲੈ ਜਾਂਦਾ। ਮੈਂ ਖਾਲਿਆਂ ਵਿੱਚ ਵੀ ਪਾਣੀ ਨੂੰ ਜ਼ਾਇਆ ਨਹੀਂ ਹੋਣ ਦਿੰਦਾ। ਮੈਨੂੰ ਕਾਫੀ ਉਮੀਦ ਆ ਜੀ ਕਿ ਸਾਡੀ ਜਿਹੜੀ ਹੁਣ ਹਕੂਮਤ ਨਵੀਂ ਮਤਲਬ ਬਣ ਰਹੀ ਆ, ਅੱਲਾਹ ਤਾਲਾ ਇਸ ਨੂੰ ਕਾਮਯਾਬ ਕਰੇ। ਇਹਨਾਂ ਨੇ ਜ਼ਿਮੀਂਦਾਰਾਂ ਦੀ ਗੱਲ ਸ਼ੁਰੂ ਕੀਤੀ ਆ, ਚਲੋ ਜੀ ਉਮੀਦ ਆ ਵੀ ਇਹ ਡੈਮਾਂ ਵਾਲੇ ਪਾਸੇ ਵੀ ਆਉਣਗੇ ਔਰ ਸਾਡੀ ਨਹਿਰਾਂ ਜਿਹੜੀਆਂ ਉਹਨਾਂ ਨੂੰ ਵੀ ਪੱਕੀਆਂ ਕਰਨਗੇ, ਸਾਡੇ ਖਾਲਿਆਂ ਨੂੰ ਵੀ ਪੱਕੇ ਕਰਨਗੇ। ਉਮੀਦ ਤਾਂ ਬੜੀ ਅੱਲਾ ਦੇ ਘਰ 'ਚ। ਨਹੀਂ ਹਕੂਮਤ ਆਪਣੇ ਤੌਰ ਤੇ ਬਹੁਤ ਕੁਝ ਕਰਦੀ ਪਈ ਆ, ਲੇਕਿਨ ਕੁਛ ਚੀਜ਼ਾਂ ਐਸੀਆਂ ਹੈਗੀਆਂ ਕਿ ਅਸੀਂ ਕਿਸਾਨ ਦੋਸਤ ਵੀ ਆਪਣੇ ਤੌਰ ਤੇ ਕਰ ਸਕਦੇ ਹਾਂ, ਲੇਕਿਨ ਕੁਛ ਚੀਜ਼ਾਂ ਸਾਡੇ ਵਾਸਤੇ ਵਿੱਚ ਨਹੀਂ।
ਮਤਲਬ ਖਾਲੇ ਹੈਗੇ ਆ ਚਲੋ ਪੱਕੇ ਨਾ ਬਣਨਗੇ, ਅਸੀਂ ਕੱਚੇ ਢਾਗੇ ਸਿੱਧੇ ਕਰ ਲਾਂਗੇ। ਨੱਕੇ ਹੈਗੇ ਆ ਉਹ ਅਸੀਂ ਆਪਣੇ ਮਦਾਦ ਦੇ ਤਹਿਤ ਲਾ ਲਾਂਗੇ। ਇਹ ਕੰਮ ਤਾਂ ਸਾਡੇ ਆਪਣੇ ਵੱਸ ਚ ਨਾ ਜ਼ਿਮੀਂਦਾਰਾਂ ਦੇ। ਅਸੀਂ ਵਾਸ਼ ਇਕੱਠੀ ਕਰ ਲਾਂਗੇ 2-2 3-3 ਹਜ਼ਾਰ ਰੁਪਇਆ ਇਕੱਠਾ ਕਰਕੇ ਫੀ ਏਕੜ ਅਸੀਂ ਖਾਲੇ ਬੰਨੇ ਸਿੱਧੇ ਕਰ ਸਕਦੇ ਆ। ਲੇਕਿਨ ਅਸਲ ਚੀਜ਼ ਇਹ ਹੈਗੀ ਆ ਕਿ ਜਿਹੜਾ ਉੱਪਰੋਂ ਹੁਣ ਬਾਰਿਸ਼ਾਂ ਹੁੰਦੀਆਂ ਜਾਂ ਬਰਫ਼ ਖੁਰਦੀ ਹੈ ਗਰਮੀਆਂ ਨੂੰ, ਉਹ ਸਾਰਾ ਪਾਣੀ ਜ਼ਾਇਆ ਹੋ ਕੇ ਦਰਿਆ ਰਾਵੀ, ਸਤਲੁਜ, ਜੇਹਲਮ, ਚਨਾਬ ਥਾਣੀ ਹੋ ਕੇ ਦਰਿਆ ਸਿੰਧ ਚ ਪੈ ਕੇ ਸਮੁੰਦਰ ਜਾ ਕੇ ਡਿੱਗਦਾ, ਉਹਦਾ ਸਾਨੂੰ ਕੀ ਫਾਇਦਾ? ਅਗਰ ਜਿਸ ਤਰ੍ਹਾਂ ਮੈਂ 3 ਕਨਾਲ ਦੇ ਵਿੱਚ ਡੈਮ ਬਣਾ ਕੇ ਤੇ 5-7 ਕਿੱਲੇ ਦੇ ਵਿੱਚ ਬਾਗ ਤਿਆਰ ਕੀਤਾ, ਉਹ ਤੋਂ ਪੀਟਰ ਨਾਲ ਪਾਣੀ ਚੱਕ ਕੇ ਇਸਤੇਮਾਲ ਕਰ ਲੈਣਾ। ਅਗਰ ਉੱਪਰ ਉਚਾਈ ਦੇ ਕਾਲਾ ਬਾਗ ਡੈਮ ਆ ਜਾਂ ਦਰਿਆ ਰਾਵੀ ਤੇ ਚਨਾਬ ਜੇਹਲਮ ਦੇ ਅਗਰ ਉੱਪਰਲੇ ਹਿੱਸੇ ਜਿੱਥੇ ਕਰਕੇ ਉਹ ਡੈਮ ਦੀ ਜਗ੍ਹਾ ਬਣਦੀ ਹੈ, ਤੁਹਾਨੂੰ ਇੰਜੀਨੀਅਰ ਦਾ ਦੱਸ ਸਕਦੇ ਨਾ ਕਿ ਇਹ ਜਗ੍ਹਾ ਡੈਮ ਵਾਸਤੇ ਮੌਜੂ ਆ, ਉੱਥੇ ਅਗਰ ਪਾਣੀ ਦਾ ਤਖੀਰਾ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਨਹਿਰਾਂ, ਸਾਡੀ ਆਪਣੀ 12 ਨਹਿਰ ਜਿਹੜੀ ਆ ਇਹ 8 ਦਿਨ ਜਿਹੜੀ ਹੈਗੀ ਇਹ ਅੱਧੀ ਚੱਲਦੀ ਆ, ਅੱਧੀ ਚੱਲਦੀ, ਯਾਨੀ ਉਹ ਪੂਰਾ ਪਾਣੀ ਸਾਨੂੰ ਪਿੱਛੋਂ ਪਾਣੀ ਪੂਰਾ ਮੇਲੇ ਦੇ ਅੱਗੇ ਪਾਣੀ ਪੂਰਾ ਆਵੇ, ਉਹ ਜਦੋਂ ਅੱਧੀ ਨਹਿਰ ਚੱਲਦੀ ਸਾਡੇ ਮੋਗੇ ਵੀ ਅੱਧੇ ਹੋ ਜਾਂਦੇ ਆ। ਇਹ ਸਾਨੂੰ ਬਹੁਤ ਮਾਰ ਪੈਂਦੀ ਆ। ਅਗਰ ਸਾਡੇ ਪਿੱਛੇ ਡੈਮ ਬਣੇ ਹੋਣ, ਅਗਰ ਉੱਪਰੋਂ ਜਿਹੜੀਆਂ ਰਾਬਤਾ ਨਹਿਰਾਂ ਹੈਗੀਆਂ ਉਹ ਪਾਣੀ ਪੂਰਾ ਲਿਆ ਕੇ ਅਗਲੇ ਦਰਿਆਵਾਂ 'ਚ ਨਹੀਂ ਸਿੱਟਦੀਆਂ, ਹੈਡ ਬੱਲੋਕੀ 'ਚ ਪਾਣੀ ਪੂਰਾ ਨਹੀਂ ਪਹੁੰਚਦਾ, ਫਿਰ ਸਾਡੇ ਜਿਹੜੇ ਡੈਮ ਉੱਪਰ ਬਣਾਏ ਹੋਣ ਅਸੀਂ ਉਹਨਾਂ ਤੋਂ ਮਦਦ ਵੀ ਹਾਸਲ ਕਰ ਸਕਦੇ ਹਾਂ। ਇਹ ਕੰਮ ਹੈਗਾ ਹਕੂਮਤੀ ਲੈਵਲ ਦੇ, ਅਤੇ ਅਸੀਂ ਤਾਂ ਹਕੂਮਤ ਨੂੰ ਭਰਪੂਰ ਸਪੋਰਟ ਵੀ ਕਰਦੇ ਹਾਂ। ਤੇ ਚਲੋ ਅੱਛੀ ਹਕੂਮਤ ਆਵੇ, ਅੱਛੇ ਲੋਕ ਆਉਣ, ਅੱਛੇ ਅਫਸਰ ਆਉਣ, ਉਹ ਇਹਨਾਂ ਚੀਜ਼ਾਂ ਨੂੰ ਆ ਕੇ ਦੇਖਣ ਕਿ ਅਗਰ ਦੇਖੋ ਨਾ, ਅਗਰ ਕਿਸਾਨ ਹੋਏਗਾ ਤੇ ਆਵਾਮ ਪੜੇਗੀ। ਕਿਸਾਨ ਦੀ ਖੇਤੀ ਫਲ ਫਲੂਟ ਉਗਾਏਗਾ ਤੇ ਲੋਕ ਖਾਣਗੇ ਨਾ। ਕਿਸਾਨ ਗੰਦਮ ਉਗਾਏਗਾ ਤੇ ਸ਼ਹਿਰੀ ਲੋਕ ਆਟਾ ਲੈਣਗੇ ਜੀ। ਇਸੇ ਤਰ੍ਹਾਂ ਹੀ ਅਗਰ ਗੌਰਮੈਂਟ ਜਿਹੜੀ ਹੈਗੀ ਆ, ਰਿਆਸਤ ਅੱਗੇ ਕੋਈ ਚੀਜ਼ ਨਹੀਂ ਔਖੀ। ਰਿਆਸਤ ਇੱਕ ਬਹੁਤ ਹੀ ਤਾਕਤਵਰ ਚੀਜ਼ ਆ। ਰਿਆਸਤ ਨਾਲ ਕੋਈ ਸ਼ਾਇਦ ਨਾ ਟਕਰਾ ਸਕਦੀ ਆ, ਨਾ ਰਿਆਸਤ ਅੱਗੇ ਕੋਈ ਚੀਜ਼ ਔਖੀ ਹੁੰਦੀ ਆ। ਰਿਆਸਤ ਚਾਹਵੇ ਤੇ ਪਹਾੜਾਂ ਦੇ ਪਾਣੀ ਚੜਾ ਦੇਵੇ, ਤੇ ਪਹਾੜਾਂ ਤੋਂ ਥੱਲੇ ਪਾਣੀ ਲੈਣਾ ਤਾਂ ਗੱਲ ਹੀ ਕੋਈ ਨਹੀਂ ਹੈ। ਤੇ ਇਹ ਹੁਣ ਗੌਰਮੈਂਟ ਜਿਹੜੀ ਹੈਗੀ ਆ, ਇਹ ਡੈਮ ਬਣਾ ਕੇ ਛੋਟੇ ਅਗਰ ਸਾਡੇ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਨਾ, ਯਕੀਨ ਕਰੋ ਅਸੀਂ ਕਿਸਾਨ ਵੀ ਖੁਸ਼ਹਾਲ ਹੋਈਏ, ਸਾਡਾ ਮੁਲਕ ਵੀ ਖੁਸ਼ਹਾਲ ਹੋਵੇ, ਤੇ ਜਿਹੜੇ ਖਾਣ ਵਾਲੇ ਆ ਉਹ ਵੀ ਇੰਨੇ ਫਲ ਹੋਏਗਾ ਤੇ ਲੋਕ ਖਾਣਗੇ। ਅਗਰ ਫਲ ਦੀ ਕਮੀ ਹੋਏਗੀ, 100 ਵਾਲੀ ਚੀਜ਼ 500 'ਚ ਮਿਲੇਗੀ, 50 ਵਾਲੀ ਚੀਜ਼ 200 'ਚ ਮਿਲੇਗੀ। ਅਗਰ ਫਲ ਦੀ ਫਰਾਵਾਨੀ ਹੋਏਗੀ ਤੇ ਹਰ ਚੀਜ਼ ਜਿਹੜੀ ਤੁਹਾਨੂੰ ਰੇਹੜੀਆਂ ਤੇ ਰੋਡਾਂ ਤੇ ਹਰ ਜਗ੍ਹਾ ਤੁਹਾਨੂੰ ਜਿਹੜੀ ਹੈਗੀ ਆ 100 ਵਾਲੀ ਚੀਜ਼ ਲੋਕ 80 ਵਿੱਚ ਵੀ ਦੇਣ ਲਈ ਤਿਆਰ ਹੋ ਜਾਂਦੇ ਆ। ਜਿਹੜੀ ਕਿਸੇ ਵੀ ਚੀਜ਼ ਦੀ ਸ਼ਾਰਟੇਜ ਆ, ਇਹ ਮਹਿੰਗਾਈ ਦਾ ਸਬਬ ਬਣਦੀ ਆ। ਹੁਣ ਦੇਖੋ ਨਾ, ਸਾਡੀ ਫਸਲਾਂ ਅੱਛੀਆਂ ਹੋਣਗੀਆਂ, ਰੇਟ ਕਮ ਹੋਏਗਾ। ਹੁਣ ਮਾਰਕੀਟ ਮੰਡੀ ਚਲੇ ਜਾਓ, ਜਿਹੜੀ ਚੀਜ਼ ਮੰਡੀ ਘਟ ਜਾਂਦੀ ਆ ਉਹਦੀ ਸਾਨੂੰ ਬੋਲੀ ਦੁੱਗਣੀ ਹੋ ਜਾਂਦੀ ਆ। ਜਿਹੜਾ ਫਲ ਫਰੂਟ ਮੰਡੀ ਜ਼ਿਆਦਾ ਮਕਦਾਰ 'ਚ ਪਹੁੰਚ ਜਾਂਦਾ ਵਾ, ਉਹਦੀ ਬੋਲੀ ਅੱਧ 'ਚ ਆ ਜਾਂਦੀ ਆ। ਵੀ ਪਿੱਛੇ ਚੀਜ਼ ਤਿਆਰ ਹੋਏਗੀ, ਮੰਡੀ ਜ਼ਿਆਦਾ ਪਹੁੰਚੇਗੀ, ਰੇਟ ਘੱਟ ਹੋਏਗਾ, ਤੇ ਰੇਹੜੀਆਂ ਤੇ ਵੀ ਮਾਲ ਉਹਨਾਂ ਲੋਕਾਂ ਨੂੰ ਰਿਆਇਤ ਮਿਲੇਗਾ, ਤੇ ਗਰੀਬ ਘਰਾਂ ਨੂੰ ਵੀ ਖਾਣ ਦਾ ਮੌਕਾ ਮਿਲੇਗਾ। ਯਕੀਨ ਕਰੋ, ਗਰੀਬਾਂ ਦੇ ਬੱਚੇ ਕਿੰਨੂ ਖਾਣ ਤੋਂ ਵੀ ਰਹਿ ਗਏ, ਨਾ ਅੰਬ ਖਾ ਸਕਦੇ ਆ। ਉਹ ਜਿਹੜੀ ਕਿਸੇ ਆਲੂ ਜਿਹਨੂੰ ਕੋਈ ਨਹੀਂ ਪੁੱਛਦਾ ਸੀ, ਗੰਢੇ ਜਿਹਨੂੰ ਕੋਈ ਨਹੀਂ ਪੁੱਛਦੇ ਸੀ, ਗੋਭੀ ਜਿਹਨੂੰ ਕੋਈ ਨਹੀਂ ਖਾਂਦਾ ਸੀ, ਅੱਜ ਵੀ 150 ਰੁਪਏ ਕਿਲੋ ਵਿਕਣ ਡਈ ਆ। ਉਹ ਮੇਥੇ ਪਾਲਕ ਜਿਹਨਾਂ ਨਾਲ ਪਕੌੜੇ ਬਣਾਏ ਜਾਂਦੇ ਸੀ, ਉਹ ਹਰ ਜ਼ਿਮੀਂਦਾਰ ਜਿਹੜਾ ਸੀ ਉਹ ਆਪਣੇ ਉਗਾਉਂਦਾ ਵੇਚਦਾ ਸੀ। ਹਰ ਦੋਸਤ ਮਸਾਇਆ ਇੱਕ ਦੂਜੇ ਕੋਲ ਲੈ ਕੇ ਇਹ ਚੀਜ਼ਾਂ ਸਾਡੇ ਜ਼ਾਤੀ ਯਾਨੀ ਕਿ ਇਸਤੇਮਾਲ ਵਿੱਚ ਹੁੰਦੀਆਂ ਸੀ। ਅਸੀਂ ਇਹਨਾਂ ਨੂੰ ਇੱਕ ਦੂਜੇ ਨੂੰ ਦੇਣਾ ਫਖਰ ਸਮਝਦੇ ਸੀ। ਉਹ ਇੱਕ ਘਰ ਪੱਕਦੇ ਸੀ 5 ਘਰ ਖਾਂਦੇ ਸੀ। ਉਹ ਹੁਣ ਜੇ ਇੱਕ ਘਰ ਪੱਕਦੀ ਆ, ਉਹਦਾ ਆਪਣਾ ਨਹੀਂ ਸਰਦਾ। ਟੱਬਰ ਇੰਨੇ ਵੱਡੇ ਹੋ ਗਏ ਕਿ ਸਾਡੀ ਹਕੂਮਤ ਨੂੰ ਆ ਜਿਹੜੀ ਪਾਪੂਲੇਸ਼ਨ ਹੈ ਨਾ, ਇਹ ਤੇ ਕੰਟਰੋਲ ਕਰਨਾ ਚਾਹੀਦਾ। ਬਰਥ ਕੰਟਰੋਲ, ਅਗਰ ਸਾਡੇ ਬਰਥ ਕੰਟਰੋਲ ਤੇ ਗੌਰਮੈਂਟ ਨੇ ਤਵੱਜੋ ਨਾ ਦਿੱਤੀ, ਸਾਡੇ ਵਸਾਇਲ ਜਿਹੜੇ ਨੇ ਇਹ ਕੰਮ ਪੜ ਜਾਣਗੇ। ਨਾ ਤਾਂ ਬੱਚਿਆਂ ਵਾਸਤੇ ਸਕੂਲ ਪੂਰੇ ਆਉਣਗੇ, ਨਾ ਖੇਤਾਂ 'ਚੋਂ ਜਿਹੜੀ ਫਸਲ ਪੂਰੀ ਆਏਗੀ। ਇਹ ਜਿਹੜੀ ਅਫਵੇ ਫਿਰ ਤਾਂ ਜੀ ਇਹ ਸ਼ਾਦਮੀਆਂ ਫਲਾਸ ਹੀ ਫਲਾਸ ਆ, ਬੂਕ ਹੀ ਬੂਕ ਆ। ਬਰਥ ਕੰਟਰੋਲ ਦਾ ਜਿਹੜਾ ਕੰਟਰੋਲ ਕਰਨਾ ਗੌਰਮੈਂਟ ਵਾਸਤੇ ਬਹੁਤ ਜ਼ਰੂਰੀ ਆ। ਆਬਾਦੀ ਜਿਹੜੀ ਬੜੇ, ਲੇਕਿਨ ਇੰਨੀ ਨਾ ਬੜੇ ਕਿ ਇੱਕ ਘਰ ਦੇ ਵਿੱਚ 10-10 ਮੰਜੇ ਡਹਿਣ ਲੱਗ ਪੈਣ। ਹੁਣ ਤੁਸੀਂ ਦੇਖੋ ਕਿ ਇੱਕ ਮੀਆਂ ਬੀਵੀ ਆ, ਉਹਦੇ 10 ਬੱਚੇ ਆ, ਕਮਾਉਂਦਾ 1 ਆ, ਖਾਂਦੇ 10 ਆ। ਦੱਸੋ ਉਹ ਬਾਹਰੋਂ ਉਹਨਾਂ ਵਾਸਤੇ ਫਲ ਫਰੂਟ ਲਿਆਏਗਾ? ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਰਦਾ ਕਿ ਸਾਡੇ ਚੱਕ ਦੇ ਵਿੱਚ ਕੋਈ ਚੰਦ ਘਰ ਐਸੇ ਹੈਗੇ ਜਿਨ੍ਹਾਂ ਨੇ ਈਦ ਤੋਂ ਈਦ ਤੇ ਗੋਸ਼ਤ ਖਾਧਾ, ਵੱਡੀ ਈਦ ਤੇ ਖਾਧਾ। ਹੁਣ ਕੁਰਬਾਨੀ ਆਏਗੀ, ਲੋਕ ਕੁਰਬਾਨੀ ਦੇਣਗੇ, ਉਹਨਾਂ ਦੇ ਘਰਾਂ 'ਚ ਗੋਸ਼ਤ ਫਿਰ ਪਹੁੰਚੇਗਾ। ਉਹ ਬਲੈਲ 650-700 ਨੂੰ ਕਿਲੋ, ਉਹ ਜਿਹਨੂੰ 50 ਰੁਪਏ ਆਲੂ, 150 ਰੁਪਏ ਗੋਭੀ, 200 ਰੁਪਏ ਮਟਰ ਖਾਣ ਨੂੰ ਜਿਹਦੇ ਕੋਲ ਪੈਸੇ ਨਹੀਂ ਹੈਗੇ, ਉਹ 650 ਬਲੈਰ ਕਿਵੇਂ ਅਫੋਰਡ ਕਰ ਸਕਦਾ? ਇਹਦਾ ਆਪਣੀ ਗਰਦਨ ਤੇ ਛੁਰੀ ਚਲਾਉਣ ਦੇ ਮਤਰਾਦਫ ਆ ਨਾ। ਇੰਨਾ ਪੈਸਾ ਉਹ ਗਰੀਬ ਦੀ ਦਿਹਾੜੀ 800 ਰੁਪਈਆ ਸੁਬਾਹ ਤੋਂ ਸ਼ਾਮ ਤੱਕ ਮਰਦਾ, ਘਰ 10 ਬੱਚੇ ਦੇ ਬਿਲਕਦੇ ਆ। ਉਹ ਜਦੋਂ ਵਕਤ ਘਰ 800 ਰੁਪਈਆ ਲੈ ਕੇ ਜਾਂਦਾ, ਉਹਦੀ ਬੀਬੀ ਕਹਿੰਦੀ ਆ ਆਟਾ ਵੀ ਕੋਈ ਨਹੀਂ, ਘਿਓ ਵੀ ਕੋਈ ਨਹੀਂ, ਚੀਨੀ ਵੀ ਕੋਈ ਨਹੀਂ, ਪੱਤੀ ਵੀ ਕੋਈ ਨਹੀਂ, ਦੁੱਧ ਵੀ ਕੋਈ ਨਹੀਂ, ਦੁਕਾਨ ਤੋਂ ਸੌਦਾ ਕਾਹਦਾ ਲਿਆਈਏ? ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਹਾਂ, ਯਕੀਨ ਕਰ ਸਾਡਾ ਦਿਲ ਸੜ ਜਾਂਦਾ ਵੀ ਅਸੀਂ ਹੁਣ
ਅਸੀਂ ਆਪਣੀ ਜਗ੍ਹਾ ਤੇ ਮਜਬੂਰ ਹਾਂ ਕਿ ਅਸੀਂ ਹੁਣ ਆਪਣੀ ਫਸਲ ਉਗਾਈ ਆ 14,000 ਨੂੰ DAP ਪਾਈ ਆ 5,000 ਨੂੰ ਯੂਰੀਆ ਪਾਈ ਆ 1,800 ਰੁਪਏ ਘੰਟਾ ਮੋਟਰ ਚਲਾ ਕੇ ਅਸੀਂ ਫਸਲ ਨੂੰ ਸਰਾਬ ਕਰਕੇ ਗੰਦਮ ਉਗਾਈ ਆ। ਜੇ ਸਾਡੇ ਸਾਰੇ ਵਸਾਇਲ ਸਾਨੂੰ ਫ੍ਰੀ ਮਿਲਣ ਅਸੀਂ ਵੀ ਕਿਸੇ ਨੂੰ ਮਣ 2 ਮਣ ਕਣਕ ਧਾਰੀ ਦੇ ਦਈਏ। ਚਲੋ ਯਾਰ ਅੱਜ ਤੂੰ ਗਰੀਬ ਯਾਰ ਸਾਰੇ ਚਲੋ ਮੈਂ ਨਹੀਂ ਸਾਡਾ ਅੱਧਾ ਪਿੰਡ ਵੀ ਇੱਕ 20 ਸਿਰ ਗੰਦਮ ਜਾਂ ਆਟਾ ਦੂਏ ਘਰ ਨੂੰ ਦੇਵੇ ਨਾ ਸਾਡੇ ਘਰ ਵਿੱਚ ਸਾਰਿਆਂ ਘਰ ਇਹ ਰੋਟੀ ਪੱਕ ਸਕਦੀ ਹੈ। ਜੀ ਜੀ ਅਸੀਂ ਸਾਲਨ ਜਿਹੜਾ ਹੈਗਾ ਵਾ ਅਗਰ ਸਾਨੂੰ ਸਬਜ਼ੀਆਂ ਰਹਿਤ ਮਿਲਣ ਅਸੀਂ ਕਿਲੋ ਦੀ ਬਜਾਏ 2 ਕਿਲੋ ਗੋਭੀ ਪਕਾ ਲਈਏ 2 ਕਿਲੋ ਆਲੂ ਪਾ ਲਈਏ ਅਸੀਂ 2 ਘਰ ਇੱਧਰਲੇ ਵੀ ਗਰੀਬ ਪਾਲ ਸਕਦੇ ਆ 2 ਘਰ ਇੱਧਰਲੇ ਵੀ ਗਰੀਬ ਪਾਲ ਸਕਦੇ ਆ ਤੇ ਫਿਰ ਤਾਂ ਕੋਈ ਗੱਲ ਨਹੀਂ ਹੈਗੀ। ਜੇ ਅਗਰ ਸਾਡਾ ਆਬਾਦੀ ਜਿਹੜੀ ਹੈਗੀ ਉਹ ਤੇ ਕੰਟਰੋਲ ਨਾ ਹੋਵੇ ਚੀਜ਼ਾਂ ਇੰਨੀਆਂ ਮਹਿੰਗੀਆਂ ਹੋਣ ਭਾਈ ਫਿਰ ਸ਼ਾਇਦ ਮੀਆਂ ਆਪਣੀ ਹਾਂਡੀ ਵਿੱਚ ਵੀ ਡੋਈ ਫੇਰਨੀ ਔਖੀ ਹੈ। ਮੁਕਤਸਰ ਗੱਲ ਇਹ ਆ ਕਿ ਇਹ ਸਾਰੀਆਂ ਗੱਲਾਂ ਤੇ ਨਾ ਗੌਰਮੈਂਟ ਨੂੰ ਵੀ ਤਵੱਜੋ ਦੇਣੀ ਚਾਹੀਦੀ ਆ। ਜਿਹੜੀਆਂ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਕੀਤੀਆਂ ਇਹ ਸਾਡੇ ਨਾਲ ਬੀਤ ਰਹੀਆਂ ਅਸੀਂ ਇਸ ਮੁਆਸ਼ਰੇ ਦਾ ਹਿੱਸਾ ਸਾਡੇ ਨਾਲ ਬੀਤ ਰਹੀਆਂ ਵਾ। ਅੱਜ ਤੋਂ ਪਹਿਲੇ 20-30 ਸਾਲ ਪਹਿਲੇ ਸਾਡੇ ਵਾਲਦੈਨ ਸੀ ਉਹ ਇੱਕ ਚੀਜ਼ ਮਤਲਬ ਸਾਗ ਹੀ ਆ ਮੱਕੀ ਦੀ ਰੋਟੀ ਸਾਗ ਨੂੰ ਚੱਕਾਂ ਵਿੱਚ ਬੜੀ ਅਹਿਮੀਅਤ ਆ ਤੇ ਜਦੋਂ ਚੇਤਾ ਆਉਂਦਾ ਸ਼ਹਿਰੀਆਂ ਦੇ ਮੂੰਹ ਵਿੱਚ ਵੀ ਪਾਣੀ ਆ ਜਾਂਦਾ ਕਿ ਸਾਗ ਹੋਵੇ ਤੇ ਨਾਲ ਮੱਕੀ ਦੀ ਰੋਟੀ ਹੋਵੇ। ਯਕੀਨ ਕਰ ਅਸੀਂ 2 ਮਣ ਮੱਕੀ ਪਿਆ ਲੈਣੀ ਦੂਏ ਦਿਨ ਸਾਗ ਤੀਏ ਦਿਨ ਸਾਗ ਪਕਾਉਣਾ। ਆ ਦੇਖ ਨਾ ਸਾਰਾ ਸਰੋਂ ਦਾ ਸਾਗ ਹੀ ਦੇ ਪੌਦੇ ਨੇ ਨਾ ਪਾਰਕ ਸਾਡੀ ਆਪਣੀ ਆ ਥੋਮ ਸਾਡਾ ਆਪਣਾ ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅਸੀਂ ਇੱਕ ਘਰ ਸਾਗ ਤਿਆਰ ਕੀਤਾ ਜਾਂਦਾ ਸੀ ਤੇ ਪੂਰੇ ਮਹੱਲੇ ਦੇ ਵਿੱਚ 2-4 ਘਰਾਂ ਵਿੱਚ ਸਾਗ ਜਿਹੜਾ ਸੀ ਉਹ ਅਸੀਂ ਖੁਦ ਦੇ ਕੇ ਆਉਂਦੇ ਰਹੇ ਆ। ਲੇਕਿਨ ਵੱਡੇ ਕਈ ਜਿਹੜੇ ਰਿਓਲਾਂ ਨੂੰ ਪਿਆਰੇ ਹੋ ਗਏ ਤੇ ਮਹਿੰਗਾਈ ਸਾਰੀ ਹੈਗੀ ਆ ਉਹ ਸਮਾਨ ਤੇ ਗੱਲਾਂ ਕਰਨ ਲੱਗ ਪਈ ਆ। ਖਾਦਾਂ ਮਹਿੰਗੀਆਂ ਸਪਰੇਵਾਂ ਮਹਿੰਗੀਆਂ ਪਾਣੀ ਦੀ ਕਿੱਲਤ ਉਹ ਤੋਂ ਲਾਮੀਆਂ ਨਾਰਾਜ਼ ਹੋਇਆ ਬੈਠਾ ਸਾਰਾ ਸਾਲ ਜਿਹੜਾ ਸਿਆਲ ਆ ਉਹ ਸੁੱਕਾ ਲੰਘਿਆ ਇੱਕ ਕਣੀ ਨਹੀਂ ਡਿੱਗੀ। ਤੇ ਇਹ ਹੁਣ ਦੇਖੋ ਵੀ ਅੱਲਾਹ ਤਾਲਾ ਹੀ ਹੈ ਸਾਰੇ ਮਾਮਲਾ ਸਿੱਧੇ ਕਰਨ ਵਾਲਾ। ਅਗਰ ਮੇਰੇ ਵੱਸ ਵਿੱਚ ਹੋਵੇ ਮੈਂ ਤਾਂ ਪਾਕਿਸਤਾਨ ਨੂੰ ਨਾ ਜੰਨਤ ਬਣਾ ਦਾਂ ਤੇ ਨਾਲ ਗੁਲਜ਼ਾਰ ਬਣਾ ਦਿਆਂ ਵੀ ਆ ਜਿਵੇਂ ਆ ਮੈਂ ਇੰਨੀ ਮਿਹਨਤ ਕਰਕੇ ਤੁਹਾਡੇ ਸਾਹਮਣੇ ਆ ਜਿਹੜਾ ਸੈਂਪਲ ਤੁਹਾਨੂੰ ਦਿਖਾਇਆ ਹੈ। ਅੱਲਾਹ ਅੱਗੇ ਦੁਆ ਕਿ ਸਾਡੇ ਸਾਰੇ ਜਿਹੜੇ ਨੇ ਕੁਦਰਤੀ ਆਫਤਾਂ ਤੋਂ ਮਹਿਫੂਜ਼ ਰੱਖੇ ਤੇ ਸਾਡੇ ਮੁਲਕ ਦੇ ਡੈਮ ਬਣ ਜਾਣ ਮਹਿੰਗਾਈ ਦਾ ਜ਼ੋਰ ਟੁੱਟ ਜਾਵੇ ਤੇ ਹਕੂਮਤ ਆਪਸ ਵਿੱਚ ਲੜਾਈਆਂ ਨਾ ਕਰੇ। ਆੜੀਆਂ ਘੁੰਮਦੀਆਂ ਲੜਾਈਆਂ ਨਾ ਇਹ ਵੀ ਸਾਡੀ ਨਾ ਲੈ ਗਈਆਂ ਸਾਡੇ ਉੱਤੇ ਇਹ ਵੀ ਬਵਾਲੇ ਜਾਣ। ਹਕੂਮਤ ਨੂੰ ਚਾਹੀਦਾ ਠੀਕ ਆ ਜਿਹੜੀ ਇਕਤਦਾਰ 'ਚ ਆ ਜਾਏ ਉਹ ਹਕੂਮਤ ਕਰੇ ਜਿਹੜਾ ਆਪੋਜੀਸ਼ਨ 'ਚ ਆ ਜਾਏ ਉਹ ਆਪੋਜੀਸ਼ਨ ਕਰੇ ਤੇ ਇਨਸਾਫ ਹੋਵੇ ਕਿਸੇ ਦਾ ਹੱਕ ਨਾ ਮਾਰਿਆ ਜਾਵੇ ਕਿਸੇ ਦਾ ਹੱਕ ਖਾਧਾ ਨਾ ਜਾਵੇ ਇਨਸਾਫ ਹੋਵੇ। ਤੇ ਮੁਲਕ ਜਿਹੜਾ ਹੈਗਾ ਸਾਡਾ ਮੁਲਕ ਸੋਨੇ ਦੀ ਚਿੜੀਆ। ਜਦੋਂ ਅੰਗਰੇਜ਼ ਇੱਧਰ ਆਏ ਸੀ ਬਰਸਗੀਰ ਦੇ 100 ਸਾਲ ਹੁਕੂਮਤ ਕਰਕੇ ਚਲੇ ਗਏ ਉਹਨਾਂ ਨੇ ਰੇਲਵੇ ਦਾ ਨਿਜ਼ਾਮ ਬਣਾਇਆ ਉਹਨਾਂ ਨੇ ਨਹਿਰੀ ਨਿਜ਼ਾਮ ਬਣਾਇਆ ਉਹ ਕਿਤੇ ਛੱਡ ਕੇ ਜਾਣ ਵਾਸਤੇ ਇੰਨੀ ਮਿਹਨਤ ਕਰਕੇ ਚਲੇ ਗਏ। ਉਹਨਾਂ ਨੇ ਕਿਸ ਤਰ੍ਹਾਂ ਮੁਰੱਬੇ ਦੀ ਵੰਡ ਕੀਤੀ ਕਿਸ ਤਰ੍ਹਾਂ ਇਹ ਸਾਨੂੰ 1918 ਜਾਂ ਬਾਹਰ ਆਬਾਦ ਕੀਤੀ ਹਰ ਮੁਰੱਬੇ ਦੇ ਪੱਥਰ ਲਾਇਆ ਹਰ ਚੱਕ ਦੀ ਹੱਦਬਰਾਰੀ ਕਰਕੇ ਉੱਥੇ ਵੱਡਾ ਪੱਥਰ ਰੱਖਿਆ ਉਹਨਾਂ ਨੇ ਘੋੜਿਆਂ ਦੇ ਟੋਕ ਪੱਥਰ ਲਿਆਂਦੇ ਇਹਨਾਂ ਕੋਲ ਗੱਡੀਆਂ ਤੇ ਨਹੀਂ ਆਉਂਦੇ ਉਹਨਾਂ ਨੇ ਘੋੜਿਆਂ ਦੇ ਪੱਥਰ ਚੱਕਣੇ ਪਹਾੜੀ ਇਲਾਕੇ 'ਚੋਂ ਲਿਆ ਕੇ ਮੁਰੱਬੇ ਦੀ ਹੱਦਬੰਦੀ ਕੀਤੀ ਚੱਕਾਂ ਦੀ ਹੱਦਬੰਦੀ ਕੀਤੀ ਹਾਲੇ ਵੀ ਸਾਨੂੰ ਪੱਥਰ ਉਹ ਆਪਦਾ ਸਿਰ ਕੱਢ ਕੇ ਸਾਨੂੰ ਉਡੀਕਦੇ ਆ ਕਿ ਇਹ ਉਹ ਲੋਕ ਇਹਨਾਂ ਨੂੰ ਇੱਥੇ ਗੱਡ ਕੇ ਚਲੇ ਗਏ ਆ ਜਿਨ੍ਹਾਂ ਨੇ ਜਰੀਬਾਂ ਸੱਟ ਕੇ ਫੀਤਿਆਂ ਨਾਲ ਪਮਾਇਸ਼ ਕਰਕੇ 1 ਇੰਚ ਦਾ ਵਾਧਾ ਘਾਟਾ ਨਹੀਂ ਹੋਣ ਦਿੱਤਾ ਜ਼ਮੀਨ ਦਾ। ਤੇ ਅੱਜ ਮੁਰੱਬਿਆਂ ਨੇ ਕੀ ਕੀਤਾ ਹੈਗਾ ਕਿ ਉਹਨਾਂ ਪੱਥਰਾਂ ਨੂੰ ਦੇ ਨਾਮੋ ਨਿਸ਼ਾਨ ਗਵਾ ਦਿੱਤੇ ਆ। ਤੇ ਅੱਜ ਤਾਂ ਕਿੰਨੀਆਂ ਸਹੂਲਤਾਂ ਕਿ ਟ੍ਰੈਫਿਕ ਦਾ ਇੰਤਜ਼ਾਮ ਮੌਜੂਦ ਆ ਸਾਡੇ ਰੋਡ ਬੜੇ ਅੱਛੇ ਬਣ ਗਏ ਨੇ। ਕਿਹੜੀ ਸਹੂਲਤ ਜਿਹੜੀ ਸਾਡੇ ਕੋਲ ਅੱਜ ਨਹੀਂ ਹੈਗੀ। ਅੰਗਰੇਜ਼ ਦਾ ਆਪਣੇ ਮੁਲਕ ਦੇ ਪਿੱਛੇ ਜਰਮਨੀ ਦੇ ਬਰਤਾਨੀਆ ਦੀ ਜੰਗਾਂ ਨਾ ਛੱਡਦੀਆਂ ਉਹ ਆਪਦੇ ਹਾਲਾਤ ਤੋਂ ਦੋਬਰ ਨਾ ਹੁੰਦਾ ਉਹ ਸ਼ਿਕੰਜੇ 'ਚ ਨਾ ਫਸਦਾ ਉਹਨੇ ਬਰਸਗੀਰ ਛੱਡਣਾ ਨਹੀਂ ਸੀ। ਉਹਨੇ ਨਹਿਰੀ ਨਿਜ਼ਾਮ ਰੇਲਵੇ ਨਿਜ਼ਾਮ ਜ਼ਮੀਨ ਦੀਆਂ ਪਮਾਇਸ਼ਾਂ ਇਹਨੂੰ ਜੰਨਤ ਗੁਲਜ਼ਾਰ ਸਮਝ ਕੇ ਉਹ ਤਾਂ ਪੱਕੇ ਡੇਰੇ ਲਾਉਣ ਵਾਸਤੇ ਆਇਆ ਸੀ ਇੱਥੇ ਤੇ ਲੇਕਿਨ ਉਹਦਾ ਇਹ ਮਿਸ਼ਨ ਕਾਮਯਾਬ ਨਹੀਂ ਰਿਹਾ। ਉਹ ਜੰਗੇ 1945 ਜੰਗੇ ਅਜ਼ੀਮ ਜਦੋਂ ਛਿੜੀ ਆ ਯੂਰਪ ਦੇ ਵਿੱਚ ਉਦੋਂ ਅੰਗਰੇਜ਼ ਦੀ ਆਪਦੀ ਕੰਡ ਲੱਗ ਗਈ। ਜਦੋਂ ਉਹਦੀ ਆਪਦੀ ਕੰਡ ਲੱਗ ਗਈ ਉਹਨੂੰ ਬਰਸਗੀਰ ਧੱਕੇ ਛੱਡਣਾ ਪੈ ਗਿਆ। ਤੇ ਅਗਰ ਉਹ ਇੱਥੇ ਰਹਿੰਦਾ ਨਾ ਤਾਂ ਉਹਨੇ ਬਾਬਾ ਕਾਇਦ ਆਜ਼ਮ ਦੀ ਸੁਣਨੀ ਸੀ ਨਾ ਉਹਨੇ ਗਾਂਧੀ ਦੀ ਸੁਣਨੀ ਸੀ ਨਾ ਜਵਾਹਰ ਲਾਲ ਨਹਿਰੂ ਦੀ ਸੁਣਨੀ ਸੀ। ਉਹਨੇ ਆਪ ਹੀ ਚੌਧਰੀ ਬਣ ਕੇ ਇਹਦੇ ਉੱਤੇ ਆਪ ਬਹਿ ਜਾਣਾ ਸੀ। ਸਾਨੂੰ ਉਹਨੇ ਗੋਲੇ ਬਣਾ ਕੇ ਸਾਡੇ ਕੋਲ ਕੰਮ ਲੈਣਾ ਸੀ। ਹੁਣ ਤੱਕ ਵੇਂਦੇ ਨਹੀਂ ਰਹੇ ਨਹਿਰ ਦੇ ਉੱਤੇ ਮਿੱਟੀ ਖਤਾਨੀਆਂ ਬਣਾ ਕੇ ਪਾਉਂਦੇ ਰਹੇ ਸੀ ਮਜ਼ਦੂਰ ਵਿਚਾਰੇ। ਹੁਣ ਤਾਂ ਕਰੇਨਾਂ ਦਾ ਦੌਰ ਆ ਗਿਆ ਬਲਡੋਜ਼ਰਾਂ ਦਾ ਦੌਰ ਆ ਗਿਆ ਤੇ ਲੇਕਿਨ ਅੰਗਰੇਜ਼ ਨੇ ਬੜੀ ਮਿਹਨਤ ਨਾਲ ਇਸ ਖਿੱਤੇ ਨੂੰ ਆਬਾਦ ਕੀਤਾ। ਮੈਂ ਦਾਦ ਦਿੰਦਾ ਉਸ ਬ੍ਰਿਟਿਸ਼ ਕੰਪਨੀ ਨੂੰ ਕਿ ਜਿਹਨੇ ਇਸ ਖਿੱਤੇ ਨੂੰ ਆਬਾਦ ਕੀਤਾ ਔਰ ਸਾਨੂੰ ਬਿਹਤਰੀਨ ਨਹਿਰੀ ਨਿਜ਼ਾਮ ਦੇ ਕੇ ਗਿਆ ਰੇਲਵੇ ਦਾ ਨਿਜ਼ਾਮ ਦੇ ਗਿਆ 1918 'ਚ ਇਸ ਬਾਰ ਨੂੰ ਆਬਾਦ ਕੀਤਾ। ਲੇਕਿਨ ਜੇ ਉਹਨੂੰ ਪਤਾ ਹੁੰਦਾ ਨਾ ਕਿ ਮੈਂ ਪਿਛਾਂਹ ਮੁੜ ਜਾਣਾ ਉਹ ਕਦੀ ਵੀ ਇੱਥੇ ਇੰਨੀ ਮਿਹਨਤ ਨਾ ਕਰਦਾ। ਇਹ ਖਿੱਤਾ ਅਜੇ ਵੀ ਵੀਰਾਨ ਤੇ ਅਕਾਵਾਂ ਦਾ ਇੱਕ ਜੰਗਲ ਹੋਣਾ ਸੀ ਜੇ ਇੱਥੇ ਕਰੀਆਂ ਤੇ ਕਰੀਰ ਤੇ ਝਾੜੀਆਂ ਹੀ ਹੋਣੀਆਂ ਸੀ।
बस है मुक्तसर जा थोड़े दस सुनते लो जी नाजरीन, उस्तादा ने बहुत अच्छा और बड़ा वड्डा लैक्चर दिता। उन्होंने अंबां दी पेड़ तो लैके पूरे मुल्क दे पानी दा निज़ाम दी अक्काशी कर दित्ती आ। ते मैं तो अज फख्र करदा उस्तादां ते कि साडा मुल्क अगर खुद कफील होना चाहता तो जल्दी ही आपदे पैरों ते खड़े हो जूगा। तो यह जिहड़ियां गल्लां अज उस्तादा ने कीतियां और चलो ज़्यादा नहीं तो थोड़ा बहुता भी इहदे ते अमल करके एक अच्छी हिकमत अमलीया बना के अच्छी प्लानिंग करके ये तो भरपूर फ़ायदा उठाया जा सकता। नैक्सट वीडियो तक सानू इजाज़त दे दिओ, दुआवां सानू याद रखिया जो, तो आप दा ख्याल रखिया जो जी। अल्लाह हाफ़िज़।